ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਪਾਤਸ਼ਾਹ ਜੀ ਆਪ ਰਸਨਾ ਉੱਤੇ ਵਰਤ ਕਰਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਨੂੰ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਹਉ ਹਉ ਕਰਤੀ ਸਭ ਮੋਈ, ਸੰਪੋ ਕਿਸੈ ਨਾ ਨਾਲ। ਦੂਜੈ ਪਾਏ ਦੁਖ ਪਾਇਆ, ਸਭ ਜੋਹੀ ਜਮ ਕਾਲ। ਨਾਨਕ ਗੁਰਮੁਖ ਉਬਰੇ, ਸਾਚਾ ਨਾਮ ਸਮਾਲ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਗੁਰੂ ਨਾਨਕ ਸਾਹਿਬ ਜੀ और धन गुरु रामदास पातशाह जी के मुखार बिंद तो उच्चारण किए हुए श्लोक और पौड़ी के रूप विच श्री राग की वार महला चौथा दे सरलेख हेठ गुरु ग्रंथ साहिब पातशाह जी के पावन अंग 84 और 85 के उपर शोभायमान है। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਗੁਰੂ ਬਾਬਾ ਜੀ ਨੇ ਉਪਦੇਸ਼, ਜੋ ਸਿੱਖਿਆ ਸਾਡੀ ਝੋਲੀ ਵਿੱਚ ਪਾਈ ਹੈ, ਉਹਦੇ ਵਿੱਚ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕਰਦਿਆਂ ਸਾਨੂੰ ਇਹ ਦਰਸਾਇਆ ਵੀ ਇਸ ਸੰਸਾਰ ਦੇ ਉੱਤੇ, ਸਮਾਜ ਦੇ ਉੱਤੇ ਜਿਤਨੀ ਵੀ ਸੱਤਾ ਕੰਮ ਕਰ ਰਹੀ ਹੈ, ਇਹ ਸਾਰੀ ਦੀ ਸਾਰੀ ਸੱਤਾ ਤਾਕਤ ਪਰਮੇਸ਼ਵਰ ਦੀ ਹੈ। ਜੀਵ ਦਾ ਅਕਾਲ ਪੁਰਖ ਪਰਮੇਸ਼ਵਰ ਨਾਲ ਜੁੜਨਾ ਰੱਬ ਜੀ ਕੀ ਤਾਕਤ ਹੈ ਔਰ ਉਸੇ ਦੀ ਸੱਤਾ, ਉਸੇ ਦੀ ਬਣਾਈ ਤਾਕਤ ਦੇ ਸਦਕਾ ਜੀਵ ਜਿਹੜਾ ਹੈ ਉਹਦੇ ਤੋਂ ਵਿਛੜ ਕੇ ਤੇ ਮਾਇਆ ਦੇ ਅੰਦਰ ਗਲਤਾਨ ਹੋ ਜਾਂਦਾ। ਜੇ ਉਹ ਆਪ ਰਹਿਮਤ ਕਰਦਾ ਹੈ ਤੇ ਫਿਰ ਜੀਵ ਉਹਦੀ ਬਖਸ਼ਿਸ਼ ਦਾ ਪਾਤਰ ਬਣ ਕੇ
ਇਸ ਮਾਇਕ ਪਦਾਰਥ ਜਾਂ ਮਾਇਕ ਸੰਸਾਰ ਤੋਂ ਉਪਰਾਮ ਹੋ ਜਾਂਦਾ, ਨਹੀਂ ਤੇ ਇਸੇ ਮਾਇਕ ਸੰਸਾਰ ਦੇ ਅੰਦਰ ਜਿਹੜਾ ਮਾਇਆ ਰੂਪੀ ਜਾਲ, ਮੋਹ ਰੂਪੀ ਜਾਲ ਪਰਮੇਸ਼ਵਰ ਵੱਲੋਂ ਵਿਛਾਇਆ ਹੋਇਆ ਹੈ, ਉਸੇ ਜਾਲ ਦੇ ਅੰਦਰ ਇਹ ਮਸ਼ੂਲੀ ਰੂਪ ਜੀਵ ਜਿਹੜਾ ਉਹ ਫਸ ਕੇ ਰਹਿ ਜਾਂਦਾ ਹੈ। ਇਸ ਤਰ੍ਹਾਂ ਦਾ ਅੱਜ ਪਾਵਨ ਉਪਦੇਸ਼ ਸਤਿਗੁਰੂ ਰਾਮਦਾਸ ਪਾਤਸ਼ਾਹ ਪੌੜੀ ਰੂਪ ਵਿੱਚ ਸਾਨੂੰ ਬਖਸ਼ ਰਹੇ। ਖੈਰ, ਸ਼ਲੋਕ ਦੇ ਅੰਦਰ ਜ਼ਿਕਰ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਗੁਰੂ ਅਮਰਦਾਸ ਸਾਹਿਬ ਜੀ ਨੇ, ਕਹਿੰਦੇ ਹਉ ਹਉ ਕਰਤੀ ਸਭ ਮੁਈ ਸੰਭਉ ਕਿਸੇ ਨਾ ਨਾਲ। ਜਦੋਂ ਆਪਾਂ ਸਮਾਜ ਉੱਤੇ ਵਿਚਰਦੇ ਹਾਂ, ਸਮਾਜ ਦੇ ਉੱਪਰ ਵਿਚਰਦਿਆਂ ਹੋਇਆਂ, ਸੰਸਾਰ ਅੰਦਰ ਵਿਚਰਦਿਆਂ ਹੋਇਆਂ ਇੱਕ ਜਿਹੜੀ ਬਾਤ ਹੈ ਉਹ ਤੇ ਬਿਲਕੁਲ ਸਾਫ਼ ਹੈ ਕਿ ਹਰ ਬੰਦਾ ਮੈਂ ਔਰ ਮੇਰੀ ਦੇ ਵਿੱਚ ਗਲਤਾਨ ਹੈ। ਹਰ ਬੰਦਾ। ਸਤਿਗੁਰੂ ਜੀ ਕਹਿੰਦੇ ਵੀ ਮੈਂ ਸਮਾਜ ਤੇ ਵੇਖਿਆ ਹੈ, ਹਉ ਹਉ ਕਰਤੀ ਸਭ ਮੁਈ, ਸਾਰਾ ਸੰਸਾਰ ਚਲੇ ਗਿਆ ਔਰ ਸਾਰੇ ਦਾ ਸਾਰਾ ਸੰਸਾਰ ਜਾ ਵੀ ਰਿਹਾ। ਗਏ ਹੋਏ ਵੀ ਸਾਰੀ ਜ਼ਿੰਦਗੀ ਮੈਂ ਕਰਦੇ ਰਹੇ, ਜਾਣ ਵਾਲੇ ਵੀ ਮੈਂ ਕਰ ਰਹੇ ਨੇ, ਜਿਹੜੇ ਜਾ ਰਹੇ ਨੇ ਉਹ ਵੀ ਮੈਂ ਤੇ ਮੈਂ ਦੇ ਵਿੱਚ ਹੀ ਗਲਤਾਨ ਨੇ, ਸੰਭੋ ਕਿਸੇ ਨਾ ਨਾਲ। ਪਰ ਇੱਕ ਗੱਲ ਜਿਹੜੀ ਹੈ ਉਹ ਬੜੀ ਹੈਰਾਨੀਜਨਕ ਹੈ, ਜਿੰਨੇ ਮੈਂ ਤੇ ਮੇਰੀ ਕਰਨ ਵਾਲੇ ਚਲੇ ਗਏ, ਜਿੰਨੇ ਮੈਂ ਤੇ ਮੇਰੀ ਕਰਨ ਵਾਲੇ ਜਾ ਰਹੇ ਨੇ, ਜਾਂ ਜਿੰਨੇ ਮੈਂ ਤੇ ਮੇਰੀ ਆਖਣ ਵਾਲੇ ਜਾਣਗੇ, ਸੰਭੋ ਕਿਸੇ ਨਾ ਨਾਲ। ਸੰਭੋ ਕਹਿੰਦੇ ਨੇ ਧਨ ਪਦਾਰਥ ਵਸਤੂਆਂ, ਸੰਪਤੀ ਤੋਂ ਲਫ਼ਜ਼ ਬਣਿਆ ਸੰਭੋ। ਹੁਣ ਉਹ ਜਿਹੜੀ ਸੰਪਤੀ ਆ ਉਹ ਕਿਸੇ ਨਾਲ ਵੀ ਨਹੀਂ ਗਈ, ਮੇਰੀ ਤੇ ਸਾਰੇ ਹੀ ਕਰਦੇ ਰਹੇ। ਕਿਹੜਾ ਇਨਸਾਨ ਹੈ, ਕਿਹੜਾ ਸ਼ਖਸ ਹੈ ਜਿਨੇ ਅੱਜ ਤੱਕ ਆਪਣੀ ਆਪਣੱਤ ਦਾ ਦਾਵਾ ਨਹੀਂ ਕੀਤਾ ਕਿਸੇ ਵਸਤੂ ਉੱਤੇ? ਹਰ ਵਸਤੂ ਤੇ ਦਾਵਾ ਕਰਦਾ ਹੈ, ਆਪਣੱਤ ਦਾ ਦਾਵਾ ਹਰ ਵਸਤੂ ਤੇ ਹੈ। ਇਹਦੇ ਜੀਵਨ ਤੋਂ ਲੈ ਕੇ, ਜਦੋਂ ਬਚਪਨ ਦੀ ਆਰੰਭਤਾ, ਬਚਪਨ ਤੋਂ ਸ਼ੁਰੂਆਤ ਹੁੰਦੀ ਨਾ, ਬਚਪਨ ਤੋਂ ਲੈ ਕੇ ਬਜ਼ੁਰਗੀ ਤੱਕ, ਜਨਮ ਤੋਂ ਲੈ ਕੇ ਮੌਤ ਤੱਕ, ਸਾਰੀ ਜ਼ਿੰਦਗੀ ਹੋਈ ਇਹਦੀ ਮੈਂ ਤੇ ਮੇਰੀ ਵਿੱਚ ਗੁਜ਼ਰਦੀ ਹੈ। ਬਚਪਨ ਤੋਂ ਇਹ ਆਪਣੱਤ ਦਾ ਦਾਵਾ ਕਰਨ ਲੱਗ ਜਾਂਦਾ ਹੈ। ਸਭ ਤੋਂ ਪਹਿਲਾਂ ਆਪਣੱਤ ਦਾ ਦਾਵਾ ਮਾਂ ਔਰ ਪਿਤਾ ਤੇ, ਉਹ ਤੋਂ ਬਾਅਦ ਚ ਭਾਈ ਔਰ ਭੈਣ ਤੇ, ਉਹ ਤੋਂ ਬਾਅਦ ਚ ਖਿਡੌਣਿਆਂ ਤੇ। ਹੌਲੀ ਹੌਲੀ ਜਿਵੇਂ ਜਿਵੇਂ ਸੁਰਤ ਸੰਭਾਲ ਰਿਹਾ, ਮਾਇਕ ਪਦਾਰਥਾਂ 'ਚ ਗਲਤਾਨ ਹੋ ਰਿਹਾ। ਸੰਸਾਰਿਕ ਤੌਰ ਤੇ ਲੋਕ ਕਹਿ ਰਹੇ ਸੁਰਤ ਸੰਭਾਲ ਰਿਹਾ, ਪਰ ਜੇ ਅਧਿਆਤਮਿਕ ਤੌਰ ਤੇ ਵੇਖਾਂਗੇ ਤੇ ਸੁਰਤ ਭੁਲਾ ਰਿਹਾ। ਸੁਰਤ ਸੰਭਾਲ ਰਿਹਾ ਪਰ ਸੰਸਾਰਿਕ ਤੌਰ ਤੇ ਵੀ, ਹਾਂ ਧਨ ਪਦਾਰਥ ਵਸਤੂਆਂ ਜਾਂ ਪਰਿਵਾਰਕ ਰਿਸ਼ਤੇ, ਪਰਿਵਾਰਕ ਸੰਬੰਧ, ਇਹਨਾਂ ਸਾਰੀਆਂ ਚੀਜ਼ਾਂ ਦੇ ਪਾਸੇ ਤੇ ਸੁਰਤ ਸੰਭਾਲ ਰਿਹਾ, ਪਰ ਰੱਬ ਜੀ ਵਾਲੇ ਪਾਸੇ ਸੁਰਤ ਗਵਾ ਰਿਹਾ, ਉਧਰੋਂ ਭੁੱਲਦਾ ਜਾ ਰਿਹਾ। ਔਰ ਸਾਰੀ ਜ਼ਿੰਦਗੀ ਆਪਣੱਤ ਦਾ ਦਾਵਾ ਬਚਪਨ ਤੋਂ ਲੈ ਕੇ ਕਰਦਾ ਰਿਹਾ ਨਾ। ਬਚਪਨ ਤੋਂ ਪਹਿਲੋਂ ਮਾਂ ਪਿਤਾ, ਫਿਰ ਖਿਡੌਣਿਆਂ ਤੇ ਆ ਗਿਆ, ਉਹ ਤੋਂ ਬਾਅਦ ਚ ਦੂਜੇ ਪਾਸੇ ਹੁਣ ਉਲਟ ਸ਼ੁਰੂ ਹੋ ਗਿਆ। ਹੁਣ ਮੇਰੇ ਬੱਚੇ, ਮੇਰੀ ਔਲਾਦ, ਮੇਰਾ ਪਰਿਵਾਰ ਹੁਣ ਇਸ ਪਾਸੇ ਆ ਗਿਆ, ਮੇਰਾ ਧਨ, ਮੇਰੀ ਦੌਲਤ। ਮਤਲਬ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਗੁਜ਼ਰਦੀ ਹੈ, ਸਾਰੇ ਦਾ ਸਾਰਾ ਜੀਵਨ। ਔਰ ਜਦੋਂ ਸਾਰੇ ਦੇ ਸਾਰੇ ਜੀਵਨ ਨੂੰ ਗੁਜ਼ਾਰ ਕੇ ਇਨਸਾਨ ਜਾਂਦਾ ਹੈ, ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਸੰਭੋ ਕਿਸੇ ਨਾ ਨਾਲ, ਵੀ ਧਨ ਕਿਸੇ ਨਾਲ ਵੀ ਨਹੀਂ ਗਿਆ। ਚਾਹੇ ਉਹਦੇ ਕੋਲ ਸੰਪਤੀ ਬਹੁਤ ਸੀ, ਉਹਦੇ ਨਾਲ ਵੀ ਨਹੀਂ ਗਈ। ਚਾਹੇ ਉਹਦੇ ਕੋਲ ਸੰਪਤੀ ਬਹੁਤ ਥੋੜੀ ਸੀ, ਉਹ ਥੋੜੀ ਸੰਪਤੀ ਵਾਲਾ ਵੀ ਖਾਲੀ ਗਿਆ। ਬਹੁਤੀ ਵਾਲਾ ਵੀ ਖਾਲੀ ਚੱਲਿਆ, ਥੋੜੀ ਵਾਲਾ ਵੀ ਖਾਲੀ ਚੱਲਿਆ। ਜਿਹਦੇ ਕੋਲ ਨਹੀਂ
ਉਹ ਵੀ ਖਾਲੀ ਚੱਲਿਆ। ਇਹ ਤੇ ਹੈ ਨਹੀਂ ਵੀ ਹੁਣ ਚਲੋ ਬਹੁਤੇ ਵਾਲੇ ਦੀ ਉਹ ਛੱਡ ਗਿਆ ਤੇ ਜਿਹਦੇ ਕੋਲ ਹੈ ਨਹੀਂ ਉਹਨੂੰ ਦੇ ਦਿਓ ਭਾਈ ਉਹ ਲੈ ਜਾਏਗਾ, ਨਹੀਂ, ਖਾਲੀ ਉਹ ਵੀ ਚੱਲਿਆ। ਸੰਭੋ ਕਿਸੇ ਨਾਲ। ਜਿਹਨੂੰ ਆਪਾਂ ਜਦੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹਦੇ ਆ ਤੇ ਪਾਵਨ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਜ਼ਿਕਰ ਕਰਦੇ ਆ, ਸਾਨੂੰ ਇੱਕ ਵਾਰ ਨਹੀਂ ਕਈ ਵਾਰ ਇਸ ਗੱਲ ਦੀ ਸੋਝੀ ਦਿੰਦੇ ਸਮਝਾਉਂਦੇ ਨੇ ਕਿ ਜਿੰਨੇ ਵੀ ਵੱਡੇ ਵੱਡੇ ਰਾਜੇ ਅਰ ਭੂਮਣ ਤਾਂ ਕਿ ਤ੍ਰਿਸ਼ਨ ਨਾ ਬੁੱਝੀ, ਨਹੀਂ ਖਤਮ ਹੋਈ ਤ੍ਰਿਸ਼ਨਾ, ਉਹ ਹੋਰ ਲਾਲਸਾ ਰੱਖੀ ਫਿਰਦੇ। ਮੈਂ ਮੇਰੀ ਦੇ ਵਿੱਚ ਗਲਤਾਨ ਨੇ ਨਾ, ਗਫਲਤ ਵਿੱਚ, ਗਫਲਤਾ ਦੀ ਨੀਂਦ ਵਿੱਚ ਸੁੱਤੇ ਹੋਏ। ਜਿਹੜਾ ਮੈਂ ਔਰ ਮੇਰੀ ਚ ਗਲਤਾਨ ਹੋ ਜਾਂਦਾ ਹੈ ਉੱਥੇ ਤੱਕ ਹੀ ਰਹਿ ਜਾਂਦਾ। ਵੇਖੋ ਸਤਿਗੁਰੂ ਜੀ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਕਿੱਥੇ ਤੈਂਡੇ ਮਾਪਿਆ ਜਿੰਨੀ ਤੂੰ ਜਣੇ ਹੋਗੇ, ਤੈਂ ਪਾਸੋਂ ਉਹ ਲੱਦ ਗਏ, ਉਹ ਤੇਰੇ ਕੋਲੋਂ ਹੀ ਗਏ ਨੇ। ਤੂੰ ਤੇਰੇ ਵੱਲ ਉਹ ਹੱਥ ਕਰਕੇ ਕਹਿੰਦੇ ਰਹੇ ਵੀ ਮੇਰੀ ਔਲਾਦ ਹੈ। ਸੰਭੋ ਕਿਸੇ ਨਾਲ। ਜਿਸ ਘਰ ਵਿੱਚ ਤੂੰ ਰਹਿ ਰਿਹਾ ਨਾ, ਇਸ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਕਹਿੰਦੇ ਰਹੇ ਨੇ ਅਸੀਂ ਬਣਵਾ ਲਿਆ ਆਪਣੇ ਜੋਗਾ, ਆਪਦਾ ਤੂੰ ਵੇਖ ਲਾ। ਉਹ ਵੀ ਛੱਡ ਗਏ। ਅਸੀਂ ਜਿੰਨੇ ਕੁ ਜੋਗੇ ਸਾਂ ਅਸੀਂ ਕਰ ਲਿਆ, ਸਾਡੇ ਕੋਲ ਜੁੜਿਆ ਪਿਆ, ਸਾਡੇ ਕੋਲ ਹੈ। ਉਹ ਸਾਰੀ ਜ਼ਿੰਦਗੀ ਤੇਰੇ ਸਾਹਮਣੇ ਕੁਝ ਕਹਿੰਦੇ ਰਹੇ, ਹੁਣ ਤੂੰ ਕਹਿ ਰਿਹਾ। ਪਾਸਾ ਬਦਲ ਗਿਆ ਬਸ। ਵੀ ਹੁਣ ਗੱਲ ਹੈ ਵੀ ਉਹਨਾਂ ਦਾ ਨੰਬਰ ਚਲੇ ਗਿਆ, ਤੇਰਾ ਆ ਗਿਆ, ਤੇਰੇ ਮਗਰ ਹੋਰ ਤਿਆਰ ਹੈ। ਜਿਵੇਂ ਇੱਕ ਘਟਨਾ ਸ਼ਾਇਦ ਪਹਿਲਾਂ ਵੀ ਆਪ ਜੀ ਨਾਲ ਸਾਂਝੀ ਕੀਤੀ। ਇੱਕ ਨਾ ਰਾਜਾ ਬੜਾ ਪਿਆਰਾ ਧਰਮੀ ਰਾਜਾ, ਉਹ ਰਾਜਾ ਦਇਆਲੂ ਬਹੁਤ ਸੀ, ਦਇਆਵਾਨ ਬਹੁਤ ਹੈ। ਉਹਨੇ ਨਾ ਇੱਕ ਮੁਸਾਫਿਰਖਾਨਾ ਬਣਾਇਆ ਹੋਇਆ ਲੋਕਾਂ ਦੇ ਰੁਕਣ ਵਾਸਤੇ। ਜਦੋਂ ਕਿਸੇ ਨੇ ਰਾਤ ਬਰਾਤ ਕੱਟਣੀ ਤੇ ਉਸ ਮੁਸਾਫਿਰਖਾਨੇ 'ਚ ਉਹਨੂੰ ਟਿਕਾਣਾ ਦੇ ਦੇਣਾ। ਰਾਜੇ ਦੇ ਗੁਣ ਗਾਉਣੇ ਅਗਲਿਆਂ ਵੀ, ਰਾਜਾ ਤੇ ਬੜਾ ਚੰਗਾ ਹੈ। ਇੱਕ ਦਿਨ ਇੱਕ ਫਕੀਰ ਆ ਗਿਆ। ਉਹ ਦਿਨ ਦਿਹਾੜੇ ਜਦੋਂ ਆਇਆ ਨਾ ਤੇ ਆ ਕੇ ਕਹਿੰਦਾ ਵੀ ਮੈਂ ਅੱਜ ਦਾ ਦਿਨ, ਉਹਨੇ ਰਾਜੇ ਦੇ ਮਹਿਲਾਂ ਵੱਲ ਹੱਥ ਕਰਕੇ ਆਖਿਆ ਵੀ ਮੈਂ ਅੱਜ ਦਾ ਦਿਨ ਇਸ ਮੁਸਾਫਿਰਖਾਨੇ 'ਚ ਕੱਟਣਾ। ਉਹਦੇ ਸੇਵਕ ਬਾਹਰ ਆ ਗਏ ਵੀ ਤੁਹਾਨੂੰ ਕੌਣ ਕਹਿੰਦਾ ਇਹ ਮੁਸਾਫਿਰਖਾਨਾ ਹੈ ਤੇ ਰਾਜੇ ਦਾ ਮਹਿਲ ਹੈ? ਉਹ ਕਹਿੰਦਾ ਵੀ ਨਹੀਂ। ਉਹਨਾਂ ਨੇ ਨਾਲ ਕਿਹਾ ਵੀ ਇੱਥੋਂ ਥੋੜਾ ਜਿਹਾ ਅਗਾਂਹ ਜਾਓ, ਵੀ ਰਾਜੇ ਨੇ ਮੁਸਾਫਿਰਖਾਨਾ ਬਣਵਾਇਆ ਹੈ, ਵੀ ਇਹ ਮੁਸਾਫਿਰਖਾਨਾ ਨਹੀਂ, ਇਹ ਤੇ ਰਾਜੇ ਦਾ ਮੈਂ। ਉਹ ਕਹਿੰਦਾ ਨਹੀਂ, ਮੈਂ ਇਸੇ ਮੁਸਾਫਿਰਖਾਨੇ 'ਚ ਅੱਜ ਦਾ ਦਿਨ ਕੱਟਣਾ। ਉਹ ਕਾਫੀ ਚਿਰ ਉੱਥੇ, ਪਹਿਲੋਂ ਇੱਕ ਜਣਾ ਸੀ, ਦੋ ਹੋ ਗਏ, ਚਾਰ, ਮਤਲਬ ਬਹੁਤ ਜ਼ਿਆਦਾ ਸ਼ੋਰ ਹੱਲਾ ਮੱਚ ਗਿਆ। ਰਾਜਾ ਮਹਿਲਾਂ ਤੋਂ ਬਾਹਰ ਆ ਕੇ ਉੱਪਰ ਛੱਤ ਤੇ ਖੜ ਕੇ ਪੁੱਛਦਾ ਕਿ ਦੱਸੋ ਭਾਈ ਕਿਸ ਗੱਲ ਦਾ ਰੌਲਾ ਹੈ? ਉਹਨਾਂ ਨੇ, ਉਹਦੇ ਸੇਵਕਾਂ ਨੇ ਦੱਸਦਾ ਵੀ ਰਾਜਨ, ਇਹ ਫਕੀਰ ਕਹਿ ਰਹੇ ਵੀ ਮੈਂ ਤੁਹਾਡੇ ਮਹਿਲਾਂ ਵੱਲ ਹੱਥ ਕਰਕੇ ਵੀ ਇਸ ਮੁਸਾਫਿਰਖਾਨੇ 'ਚ ਮੈਂ ਰਾਤ, ਅੱਜ ਦਾ ਦਿਨ ਕੱਢਣਾ ਹੈ, ਮਤਲਬ ਅੱਜ ਦਾ ਦਿਨ ਤੇ ਰਾਤ ਗੁਜ਼ਾਰਨੀ। ਉਹ ਰਾਜਾ ਵੀ ਕਹਿੰਦਾ ਵੀ ਮੁਸਾਫਿਰਖਾਨਾ, ਉਹ ਵੀ ਕਹਿੰਦਾ ਵੀ ਫਕੀਰੋ ਇਹ ਤੇ ਮਹਿਲ ਹੈ, ਵੀ ਇਹ ਮੁਸਾਫਿਰਖਾਨਾ ਨਹੀਂ, ਤੁਸੀਂ ਅਗਾਂਹ ਜਾਓ ਵੀ ਤੁਹਾਨੂੰ ਮੁਸਾਫਿਰਖਾਨਾ ਮਿਲ ਜਾਣਾ, ਤੁਹਾਨੂੰ ਕਿਸੇ ਨਹੀਂ ਰੋਕਣਾ। ਉਹ ਕਹਿੰਦਾ ਵੀ ਨਹੀਂ, ਮੈਂ ਤੇ ਇਸੇ ਮੁਸਾਫਿਰਖਾਨੇ 'ਚ ਰਹਿਣ। ਉਹ ਕਹਿੰਦਾ ਵੀ ਵੇਖ ਲਓ, ਇਹ ਦੱਸੋ ਵੀ ਇਹ ਮੁਸਾਫਿਰਖਾਨਾ ਹੈ ਕਿਵੇਂ? ਉਹ ਕਹਿੰਦਾ ਤੇਰੇ ਤੋਂ ਪਹਿਲਾਂ ਇੱਥੇ ਕੌਣ ਸੀ? ਕਹਿੰਦਾ ਜੀ ਮੇਰੇ ਪਿਤਾ ਜੀ। ਉਹ ਤੇਰੇ ਪਿਤਾ ਤੋਂ ਪਹਿਲਾਂ ਕੌਣ ਸੀ? ਉਹ ਕਹਿੰਦਾ ਮੇਰੇ ਦਾਦਾ ਜੀ। ਤੇਰੇ ਦਾਦੇ ਤੋਂ ਪਹਿਲਾਂ ਕੌਣ ਸੀ? ਉਹ ਮੇਰੇ ਪੜਦਾਦਾ ਜੀ। ਤੇਰੇ ਤੋਂ ਬਾਅਦ 'ਚ ਇੱਥੇ ਕੌਣ ਹੋਏਗਾ? ਕਹਿੰਦੇ ਮੇਰਾ ਪੁੱਤਰ। ਉਹਦੇ ਤੋਂ ਬਾਅਦ 'ਚ ਕੌਣ ਹੋਏਗਾ? ਮੇਰਾ ਪੋਤਰਾ। ਉਹ ਫਕੀਰ ਕਹਿੰਦਾ ਫਿਰ ਹੋਇਆ ਮੁਸਾਫਿਰਖਾਨਾ ਕਿ ਨਾ? ਤੁਸੀਂ ਇਕੱਲਾ ਸਫ਼ਰ ਹੀ ਤੈਅ ਕਰ ਰਹੇ ਹੋ ਨਾ, ਵੀ ਪਹਿਲਾਂ ਤੁਹਾਡਾ ਦਾਦਾ ਰਹਿ ਕੇ ਇੱਥੇ ਜ਼ਿੰਦਗੀ ਕੱਢ ਗਿਆ, ਫਿਰ ਤੁਹਾਡੇ ਪਿਤਾ ਨੇ ਰਹਿ ਕੇ ਕੱਢ ਲਈ, ਹੁਣ ਤੁਹਾਡੀ ਵਾਰੀ ਆ ਗਈ, ਤੁਹਾਡੇ ਤੋਂ ਬਾਅਦ ਤੁਹਾਡੇ ਪੁੱਤਰ ਦੀ ਆ ਜਾਣੀ ਹੈ, ਉਦੋਂ ਅੱਗੋਂ ਉਹਦੇ ਪੁੱਤਰ ਦੀ। ਵੀ ਹੈ ਤੇ ਮੁਸਾਫਿਰਖਾਨਾ ਹੀ ਨਾ, ਇਹ ਤੋਂ ਵੱਧ ਕੇ ਕੀ ਹੈ? ਬਸ ਇਸੇ ਤਰ੍ਹਾਂ ਅਸੀਂ ਆਪਣਤ ਦਾ ਦਾਅਵਾ ਤੇ ਕਰਕੇ ਬੈਠੇ ਹਾਂ ਵੀ ਇਹ ਸਾਡਾ ਹੈ ਜਾਂ ਮੇਰਾ ਹੈ, ਪਰ ਹੈ ਕੀ? ਸੰਭੋ ਕਿਸੇ ਨਾਲ ਹੈ ਕਿਸੇ ਦੀ ਧਨ ਸੰਪਤੀ ਵੀ ਕੋਈ ਕਿਹਾ, ਜਾਂ ਬੰਦਾ ਇਹੀ ਕਹਿ ਸਕਦਾ ਹੋਵੇ ਵੀ ਆਪਾਂ ਭਾਈ ਇੱਕ ਮਹਿਲ ਤਿਆਰ ਕਰਾਇਆ, ਜਿੱਦਣ ਆਪਾਂ ਜਾਣਾ ਇਕੱਠਾ ਕਰਕੇ ਨਾਲ ਹੀ ਲੈ ਜਾਣਾ।
ਜਾਂ ਤੇ ਅਸੀਂ ਮੰਨ ਫਿਰ ਤੇ ਮੰਨੀਏ ਵੀ ਤੇਰੀ ਆਪਣੱਤ ਦਾ ਦਾਵਾ, ਵੱਧ ਤੋਂ ਵੱਧ ਕੀ ਹੋ ਸਕਦਾ। ਪਰ ਹਾਲਾਤ ਐਸੇ ਨੇ ਵੀ ਜਿਹੜਾ ਮਹਿਲ ਬੰਦਾ ਸਾਰੀ ਜ਼ਿੰਦਗੀ ਬਣਾਉਂਦਾ ਰਹਿੰਦਾ ਨਾ, ਬਣਨ ਤੋਂ ਬਾਅਦ ਜੇ ਕਿਤੇ ਉਦੋਂ ਪਹਿਲੋਂ ਮਰ ਜੇ ਤੇ ਟੱਬਰ ਉਸ ਮਹਿਲ ਵਿੱਚ ਲੈ ਕੇ ਵੀ ਨਹੀਂ ਜਾਂਦਾ ਵੀ ਮਰੇ ਨੂੰ ਹੀ ਲੈ ਜਾਈਏ। ਉਹ ਵੀ ਨਹੀਂ, ਜ਼ਰੂਰੀ ਐਸਾ ਕੰਮ ਕਰਨਾ ਹੈ ਵੀ ਅਜੇ ਤੱਕ ਅਸੀਂ ਆਪਣੀ ਰਿਹਾਇਸ਼ ਕੀਤੀ ਨਹੀਂ, ਪਹਿਲੋਂ ਮੁਰਦਾ ਲੈ ਜਾਈਏ, ਨਹੀਂ, ਉਹ ਵੀ ਗੁਰੇਜ਼ ਕਰ ਜਾਂਦੇ। ਤੂੰ ਸਾਰੀ ਜ਼ਿੰਦਗੀ ਬਣਾਉਂਦਾ ਮਰ ਗਿਆ, ਤੇਰਾ ਕਾਹਦਾ ਹੋਇਆ। ਜੇ ਕਿਤੇ ਮਨੁੱਖ ਦਾ ਆਪਣਾ ਹੋਵੇ ਤੇ ਬਾਪੂ ਜੀ ਕੀ ਕਹਿੰਦੇ ਬਾਣੀ 'ਚ, ਜੇ ਕਿਤੇ ਸੱਜਣਾ ਤੇਰਾ ਆਪਣਾ ਹੁੰਦਾ ਤੇ ਤੈਨੂੰ ਤੇਰੇ ਘਰ ਚੋਂ ਕੋਈ ਕੱਢ ਨਹੀਂ ਸੀ ਸਕਦਾ, ਪਰ ਤੇਰਾ ਆਪਣਾ ਹੈ ਨਹੀਂ। ਹੁਣ ਜਿਵੇਂ ਇਹਨੂੰ ਸਮਝਣ ਵਾਸਤੇ ਆਪਾਂ ਕਿਰਾਏ ਦੇ ਘਰ ਤੇ ਰਹਿ ਰਹੇ ਆ, ਮਾਲਕ ਨੇ ਆ ਕੇ ਕਹਿਣਾ ਵੀ ਚੱਕ ਭਾਈ ਸਮਾਨ ਚੁੱਕ ਤੇ ਚੱਲ, ਉਹ ਵੀ ਵਿਚਾਰਾ ਮਜਬੂਰ ਹੋ ਕਹਿੰਦਾ ਜੀ ਕੋਈ 2-4 ਦਿਨ ਦੇ ਦਿਓ, ਮਿੰਤਾਂ ਤਰਲੇ ਕਰਕੇ 2-4 ਦਿਨ ਲੈ ਲੈਂਦਾ। ਫਿਰ ਵੀ ਚੱਲ ਭਾਈ 4 ਦਿਨ ਲੰਘ ਗਏ, ਹੁਣ ਚੱਲ ਤੂੰ 2-4 ਦਿਨ ਕਿਹਾ ਸੀ, ਉਹ ਚੁੱਕ ਕੇ ਜਾਣਾ ਪੈਂਦਾ। ਫਿਰ ਬੰਦੇ ਦੀ ਕੋਸ਼ਿਸ਼ ਹੁੰਦੀ ਵੀ ਭਾਵੇਂ ਜੈਸਾ ਮਰਜ਼ੀ ਬਣੇ ਵੀ ਛੱਤ ਮੇਰੇ ਸਿਰ ਤੇ ਹੋਵੇ ਪਰ ਉਥੋਂ ਮੈਨੂੰ ਕੱਢਣ ਵਾਲਾ ਕੋਈ ਨਾ ਹੋਵੇ, ਮੈਂ ਜਿੱਦਾਂ ਦੀ ਮਰਜ਼ੀ ਛੱਤ ਪਾਲਾਂ ਆਪਣੇ ਰਹਿਣ ਵਾਸਤੇ, ਉਹ ਘਰ ਮੇਰਾ ਆਪਣਾ ਹੋਵੇ, ਟੁੱਟਿਆ ਹੋਵੇ, ਭੱਜਿਆ ਹੋਵੇ, ਜੈਸਾ ਮਰਜ਼ੀ ਹੋਵੇ, ਪਰ ਬੰਦੇ ਨੂੰ ਇੱਕ ਸਕੂਨ ਹੁੰਦਾ ਵੀ ਇੱਥੇ ਆ ਕੇ ਮੈਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਚੱਕ ਸਮਾਨ ਭਾਈ। ਉਹਨੂੰ ਆਪਣੇ ਹੋਣ ਦਾ ਦਾਵਾ ਕਰਦਾ ਵੀ ਮੇਰਾ ਹੈ। ਹੁਣ ਕਿਸੇ ਮਾਲਕ ਨੇ ਆ ਕੇ ਇਹ ਨਹੀਂ ਕਹਿਣਾ ਵੀ ਸਮਾਨ ਚੁੱਕ, ਹੁਣ ਮਾਲਕ ਮੈਂ ਆ। ਉਥੋਂ ਹੁਣ ਕੋਈ ਦੂਜਾ ਮਾਲਕ ਆ ਕੇ ਇਹ ਨਹੀਂ ਕਹਿ ਸਕਦਾ ਵੀ ਚੱਲ ਭਾਈ, ਕਿਉਂਕਿ ਆਪਣੱਤ ਦਾ ਦਾਵਾ। ਹੁਣ ਇਸੇ ਤਰ੍ਹਾਂ ਜਦੋਂ ਅਸੀਂ ਉਹਨੂੰ ਅਧਿਆਤਮਿਕ ਪੱਖ ਤੋਂ ਵੇਖਾਂਗੇ ਤੇ ਸਾਹਿਬ ਭਗਤ ਕਬੀਰ ਪਾਤਸ਼ਾਹ ਜੀ ਕਹਿੰਦੇ ਬਾਣੀ 'ਚ, ਕਹਿੰਦੇ ਰੇ ਬੌਰੇ ਤੋਹੇ ਘਰੀ ਨਾ ਰੱਖੈ ਕੋਈ ਹੈ ਤੇਰਾ ਆਪਣਾ। ਵੀ ਜੇ ਤੇਰਾ ਆਪਣਾ ਹੁੰਦਾ ਤੇ ਤੈਨੂੰ ਕੋਈ ਕੱਢ ਨਹੀਂ ਸੀ ਸਕਦਾ। ਮਾਲਕ ਨੇ, ਮਕਾਨ ਮਾਲਕ ਕਹਿੰਦਾ ਰਿਹਾ ਨਾ ਵੀ ਜੇ ਤੂੰ ਆਪ ਨਾ ਗਿਆ ਤੇ ਮੈਂ ਸਮਾਨ ਚੁੱਕ ਕੇ ਬਾਹਰ ਸੁੱਟ ਦੇਣਾ ਤੇਰਾ। ਉਹ ਕਹਿੰਦਾ ਵੀ ਨਹੀਂ, ਮੈਂ ਚਲਾ ਜਾਵਾਂਗਾ। ਹੁਣ ਮਨੁੱਖ ਨੂੰ ਜੇ ਮਨੁੱਖ ਇਹ ਕਹੀ ਜਾਵੇ ਵੀ ਮੈਂ ਇੱਥੇ ਹੀ ਰਹਿਣਾ ਹੈ, ਇੱਥੇ ਰਹਿਣ ਤੋਂ ਭਾਵ ਵੀ ਆਪਾਂ ਕਿਤੇ ਨਹੀਂ ਜਾਣਾ, ਅਗਲਿਆਂ ਨੇ ਚੁੱਕ ਕੇ ਬਾਹਰ ਕੱਢਤਾ ਵੀ ਚੱਲ ਹੁਣ ਤੇਰਾ ਹੈ ਹੀ ਨਹੀਂ ਕੰਮ ਇੱਥੇ ਕੋਈ। ਇੱਥੇ ਜਿਉਂਦੇ ਰਹਿੰਦੇ ਨੇ, ਮਰਿਆਂ ਨੂੰ ਕੋਈ ਨਹੀਂ ਰੱਖਦਾ। ਕਿੰਨੇ ਰੱਖਿਆ ਫਿਰ ਮਰੇ ਨੂੰ? ਸਾਰੀ ਜ਼ਿੰਦਗੀ ਕੀ ਕਹਿੰਦਾ ਰਿਹਾ, ਮੇਰਾ ਘਰ ਹੈ ਭਾਈ, ਪਰ ਇੱਕ ਘੜੀ ਵੀ ਰੱਖਣ ਵਾਸਤੇ ਕੋਈ ਤਿਆਰ ਨਹੀਂ ਹੋਇਆ। ਤੋਹੇ ਘੜੀ ਨਾ ਰੱਖੇ, ਰੱਖਦਾ ਕੋਈ ਇੱਕ ਘੜੀ? ਵੇਖੋ ਹਾਲਾਤ ਏਡੇ ਬਦਲਦੇ ਜਾ ਰਹੇ ਸਮਾਜ ਦੇ ਵੀ ਪਹਿਲੋਂ ਕਿਤੇ ਨਾ ਕੋਈ ਘੰਟਾ 2 ਘੰਟੇ ਪਰਿਵਾਰ ਵਿਰਲਾਪ ਕਰਨ ਵਾਸਤੇ ਹੀ ਬਹਿ ਜਾਂਦਾ ਸੀ ਵੀ ਕੋਈ ਸਾਡੇ ਪਰਿਵਾਰ ਦਾ ਜੀ ਚਲਾ ਗਿਆ। ਤੇ ਹੁਣ ਕੀ ਹੁੰਦਾ? ਹੁਣ ਤੇ ਵਿਰਲਾਪ ਵੀ ਗਿਆ। ਹੁਣ ਤੇ ਸਿਰਫ ਇਹ ਹੈ ਵੀ ਆਹ ਬੰਦਾ ਚੜਾਈ ਕਰ ਗਿਆ, ਰਿਸ਼ਤੇਦਾਰ ਸਾਕ ਸੰਬੰਧੀ ਇਕੱਠੇ ਹੋਣ ਕੇ ਨਹੀਂ ਹੋਣਗੇ ਇਹਦਾ ਕੋਈ ਦਾਵਾ ਨਹੀਂ, ਪਰ ਆਪਾਂ ਲੈ ਚੱਲੀਏ। ਤੇ ਜੇ ਕੋਈ ਸਾਕ ਸੰਬੰਧੀ ਕਹਿ ਦੇ ਵੀ ਮੇਰਾ ਇੰਤਜ਼ਾਰ ਕਰ ਲਓ, ਕੋਈ ਘੜੀ 2 ਘੜੀ ਹੋ ਸਕਦਾ ਇੰਤਜ਼ਾਰ ਕਰ ਲਈਏ, ਜੇ ਉਹ ਫਿਰ ਲੇਟ ਹੋ ਜਾਏ ਫਿਰ ਵੀ ਸੱਜਣਾ ਸਿੱਧਾ ਉੱਥੇ ਹੀ ਆ ਜੀ, ਅਸੀਂ ਲੈ ਚੱਲੇ। ਤੇ ਜੇ ਅਗਲਾ ਕਵੇ ਵੀ ਮੇਰੇ ਤੋਂ ਉੱਥੇ ਵੀ ਪਹੁੰਚੇ ਨਹੀਂ ਜਾਣਾ, ਚੱਲ ਕੋਈ ਨਹੀਂ ਏਦਾਂ ਕਰੀ ਭੋਗ ਤੇ ਆ ਜੀ। ਕਿੱਦਾਂ ਦੇ ਹਾਲਾਤ ਬਣ ਗਏ ਸਮਾਜ ਦੇ। ਇਸ ਸਮਾਜਿਕ ਦਸ਼ਾ ਤਬਦੀਲ ਹੁੰਦੀ ਜਾ ਰਹੀ ਹੈ। ਸਾਡੇ ਰਿਸ਼ਤਿਆਂ ਵਿੱਚੋਂ, ਸਾਡੇ ਨਾਤਿਆਂ ਦੇ ਵਿੱਚੋਂ ਜਿਹੜਾ ਪਰਿਵਾਰਕ ਮੋਹ ਨਾ, ਉਹ ਖਤਮ ਹੁੰਦਾ ਜਾ ਰਿਹਾ। ਹੁਣ ਖਿਆਲ ਕਰਿਓ ਹਾਲਾਤ ਬਦਲ ਕਿੱਦਾਂ ਰਹੇ। ਪਹਿਲੋਂ ਤੇ ਜੇ ਕਿਤੇ ਕਿਸੇ ਪ੍ਰਾਣੀ ਨੇ ਚੜ੍ਹਾਈ ਕਰ ਜਾਣਾ, ਜਿਵੇਂ ਮਰਿਆਦਾ ਸਾਡੀ ਕਹਿੰਦੀ ਹੈ, ਮਰਿਆਦਾ ਦੇ ਵਿੱਚ ਜ਼ਿਕਰ ਕਰਦਿਆਂ ਮਰਿਆਦਾ ਵਿੱਚ ਅੰਕਿਤ ਕੀਤਾ ਗਿਆ ਕਿ ਚੜ੍ਹਾਈ ਕੀਤੇ ਹੋਏ ਪ੍ਰਾਣੀ ਦੇ ਤੋਂ ਬਾਅਦ ਵਿੱਚ ਪਰਿਵਾਰ ਆਪਣੇ ਧੀਰਜ ਤੇ ਧਰਵਾਸ ਵਾਸਤੇ ਘਰੇ ਸਹਿਜ ਪਾਠ ਸਾਹਿਬ
ਕਰਵਾਏ ਜਾਂ ਕਰੇ। 10ਵੇਂ ਦਿਨ ਤੇ ਭੋਗ ਪਾਇਆ ਜਾਏ, ਉਦੋਂ ਬਾਅਦ ਚ ਕੋਈ ਕਰਮ ਨਹੀਂ, ਕੋਈ ਕੁਝ ਨਹੀਂ, ਨਾ ਕੋਈ 13ਵਾਂ ਨਾ 14ਵਾਂ, ਕੁਛ ਨਹੀਂ। ਮਤਲਬ ਜਿਸ ਦਿਨ ਸਹਿਜ ਪਾਠ ਦੀ ਸੰਪੂਰਨਤਾ ਹੋਈ ਉਸ ਦਿਨ ਭੋਗ ਪਾਏ ਗਏ, ਬਸ। ਮਤਲਬ ਆਪਣੇ ਸਮੇਂ ਨੂੰ ਵਿਚਾਰਦੇ ਹਾਂ। ਸਹਿਜ ਪਾਠ ਤੋਂ ਬਾਅਦ ਚ ਅਖੰਡ ਪਾਠ ਸਾਹਿਬ ਤੇ ਆ ਗਏ ਵੀ ਹੁਣ 7-10 ਦਿਨ ਤੇ ਸਾਡੇ ਤੋਂ ਇੰਤਜ਼ਾਰ ਨਹੀਂ ਹੋਣਾ, 3 ਕੁ ਦਿਨਾਂ 'ਚ ਹੀ ਕੰਮ ਨਿਬੇੜ ਦਈਏ। ਉਹ 3 ਦਿਨਾਂ ਤੋਂ ਹੌਲੀ ਹੌਲੀ ਆਉਂਦਿਆਂ ਅਸੀਂ ਘੰਟੇ 2 ਘੰਟਿਆਂ ਤੇ ਆ ਗਏ ਵੀ ਨਾ ਤੇ ਸਹਿਜ ਪਾਠ ਹੋਣਾ, ਨਾ ਅਸੀਂ ਅਖੰਡ ਪਾਠ ਸਾਹਿਬ ਕਰਾਉਣਾ, ਅਸੀਂ ਤੇ ਇਕੱਲਾ ਸੁਖਮਨੀ ਸਾਹਿਬ ਹੀ ਕਰਾਉਣਾ, ਇੰਨੇ 'ਚ ਹੀ ਅਸੀਂ ਭੋਗ ਪਾ ਦੇਣਾ। ਸਾਡੇ ਪਰਿਵਾਰਕ ਰਿਸ਼ਤੇ ਤੇ ਮੋਹ ਦਾ ਜੋ ਅਸੀਂ ਖੁਦ ਆਪ ਖਤਮ ਕਰਦੇ ਹੋਏ ਵਿਖਾ ਰਹੇ ਵੀ ਆ ਸਮਾਜ ਦੀ ਹਾਲਤ ਤੇ ਦਸ਼ਾ ਹੈ। ਗੁਰਬਾਣੀ ਨੇ ਨੁਕਸਾਨ ਥੋੜੀ ਕਰਨਾ ਸੀ, ਗੁਰਬਾਣੀ ਨੇ ਤੇ ਹਿਰਦਿਆਂ ਨੂੰ ਧੀਰਜ ਦੇਣਾ ਸੀ, ਧਰਵਾਸ ਦੇਣਾ ਸੀ, ਪਰ ਅਸੀਂ ਉਹਦਾ ਹੀ ਆਸਰਾ ਲੈਣ ਤੋਂ ਮੁਨਕਰ ਹੋ ਗਏ। ਉਸੇ ਦੇ ਆਸਰੇ ਤੋਂ ਅਸੀਂ ਗੁਰੇਜ਼ ਵੀ ਨਹੀਂ, ਸਾਨੂੰ ਧੀਰਜ ਨਹੀਂ ਚਾਹੀਦਾ। ਇਹੀ ਹੋਇਆ ਨਾ ਵੀ ਅਸੀਂ ਨਾ ਗੁਰਬਾਣੀ ਪੜ੍ਹੀਏ ਨਾ ਪੜ੍ਹਾਈਏ। ਇਹਦਾ ਮਤਲਬ ਇਹੀ ਹੈ, ਜਿਸ ਚੀਜ਼ ਨੂੰ ਅਸੀਂ ਕਰਨ ਤੋਂ ਗੁਰੇਜ਼ ਕਰ ਦਈਏ ਇਹਦਾ ਮਤਲਬ ਉਹਦੀ ਸਾਨੂੰ ਲੋੜ ਨਹੀਂ। ਇਹੀ ਕਾਰਨ ਹੋਇਆ ਨਾ। ਹੁਣ ਕੋਈ ਵਸਤੂ ਸਾਡੇ ਸਾਹਮਣੇ ਪਈ ਹੋਵੇ, ਲੱਖ ਵਸਤੂ ਚੰਗੀ ਹੋਵੇ, ਸਾਨੂੰ ਲੋੜ ਨਹੀਂ, ਅਸੀਂ ਕੀ ਕਵਾਂਗੇ ਵੀ ਇਹਦਾ ਮੈਂ ਕੀ ਕਰਨਾ, ਮੈਨੂੰ ਲੋੜ ਹੀ ਨਹੀਂ। ਇਹਦਾ ਮਤਲਬ ਅਸੀਂ ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਾਂ, ਗੁਰਬਾਣੀ ਦੇ ਆਧਾਰ ਤੋਂ ਪਾਸੇ ਹੁੰਦੇ ਜਾ ਰਹੇ ਹਾਂ, ਆਸਰਾ ਲੈਣ ਤੋਂ ਪਾਸੇ ਹੁੰਦੇ ਜਾ ਰਹੇ ਹਾਂ। ਤੇ ਸਾਡਾ ਪਾਸੇ ਹੋਣਾ ਕੀ ਸਾਬਤ ਕਰ ਰਿਹਾ ਵੀ ਸਾਨੂੰ ਇਹਦੀ ਲੋੜ ਨਹੀਂ। ਤੇ ਜੇ ਇਹਦੀ ਲੋੜ ਨਹੀਂ, ਜਿੱਦਾਂ ਅਸੀਂ ਪਾਸੇ ਹੁੰਦੇ ਜਾ ਰਹੇ ਹਾਂ, ਸਮਾਜ ਦੀ ਹਾਲਤ ਫਿਰ ਵੇਖਿਆ ਨਾ ਕੀ ਬਣਦੀ ਜਾ ਰਹੀ ਹੁਣ। ਕਾਰਨ ਜਿੰਨੇ ਆਧਾਰ ਤੇ ਆਸਰਾ ਦੇਣਾ ਸੀ ਅਸੀਂ ਉਸੇ ਤੋਂ ਪਾਸੇ ਹੋ ਕੇ ਬਹਿ ਗਏ। ਖੈਰ ਸਾਹਿਬ ਜੀ ਅੱਜ ਕਹਿ ਰਹੇ, ਕਹਿੰਦੇ ਹਉ ਹਉ ਕਰਤੀ ਸਭ ਮੂਈ ਸੰਪੈ ਕਿਸੇ ਨਾ ਨਾਲ। ਜਿਹਨੂੰ ਬਾਪੂ ਜੀ ਨੇ ਆਖਿਆ ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚਲਹਿਤਾ ਦੇਹੀ ਗਿਰਝਨ ਖਾਈ। ਆਹੀ ਹਾਲਾਤ ਬਣ ਜਾਂਦੇ ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਕੌਡੀ ਕੌਡੀ ਜੋਰ ਕਹਿ ਜੋਰੇ ਲੱਖ ਕਰੋੜ, ਚਲਤੀ ਬਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋਰ। ਭਾਈ ਗੁਰਦਾਸ ਜੀ ਨੇ ਆਖਿਆ, ਕਹਿੰਦੇ ਤੈਸੇ ਕੋਟ ਪਾਪ ਕਰ ਮਾਇਆ ਜੋਰ ਜੋਰ ਮੂੜ, ਅੰਤ ਕਾਲ ਛਾੜ ਚੱਲੇ ਦੋਨੋਂ ਕਰ ਝਾੜ ਕੇ। ਅਖੀਰ ਵੇਲੇ ਤੇ ਹੱਥ ਖਾਲੀ ਲੈ ਕੇ ਤੇ ਝਾੜ ਕੇ ਤੁਰਿਆ ਜਾਂਦਾ ਹੈ, ਨਾ ਪੱਲੇ ਕੁਛ ਪਿਆ, ਸਾਰੀ ਜ਼ਿੰਦਗੀ ਪਾਪ ਹੀ ਖੱਟਦਾ ਰਿਹਾ। ਪਾਪ ਕਰਦੇ ਕਰਦੇ ਜੋੜ ਤੇ ਕਰੋੜਾਂ ਲਏ, ਪਰ ਉਹਨਾਂ ਕਰੋੜਾਂ ਦੇ ਵਿੱਚੋਂ 1 ਰੁਪਈਆ ਵੀ ਅਗਲਿਆਂ ਤਲੀ ਤੇ ਨਹੀਂ ਲੈ ਕੇ ਜਾਣ ਦਿੱਤਾ, ਨਾ ਹੀ ਤੂੰ ਲਿਜਾ ਸਕਦਾ। ਅਗਲੇ ਤੇ ਭਾਵੇਂ ਹੋ ਸਕਦਾ ਕਿ ਜੇ ਚੱਲ ਕੋਈ ਨਹੀਂ ਇੰਨੇ ਜੇ ਜੋੜ ਗਿਆ ਸਾਡੇ ਵਾਸਤੇ ਬਾਪੂ, ਜੇ 100 ਰੁਪਈਆ ਅਸੀਂ ਤਲੀ ਤੇ ਰੱਖ ਵੀ ਦਾਂਗੇ ਤੇ ਕਿੱਡੀ ਕੁ ਗੱਲ ਹੈ। ਅਗਲੇ ਭਾਵੇਂ ਤੇਰੀ ਤਲੀ ਤੇ 100 ਰੱਖ ਦੇਣ, ਪਰ ਸੱਜਣਾ ਚੇਤਾ ਰੱਖੀ ਉਹ 100 ਨੇ ਤੇਰੇ ਨਾਲ ਨਹੀਂ ਜਾਣਾ, ਸੰਭਵ ਕਿਸੇ ਨਾਲ। ਫਿਰ ਸਤਿਗੁਰੂ ਜੀ ਨੇ ਨਾਲ ਆਖਿਆ, ਕਹਿੰਦੇ ਦੂਜੇ ਭਾਏ ਦੁੱਖ ਪਾਇਆ, ਸਾਰੀ ਜ਼ਿੰਦਗੀ ਮੇਰੀ ਮੇਰੀ ਕਰਦਾ ਹੋਇਆ ਚਲੇ ਗਿਆ, ਨਾਲ ਕਿਸੇ ਦੇ ਨਹੀਂ ਗਿਆ। ਫਿਰ ਸਾਰੀ ਜ਼ਿੰਦਗੀ ਜਿਹੜੇ ਦੁੱਖ ਕੱਟੇ ਉਹ ਵੱਖਰੇ। ਦੂਜੇ ਭਾਏ ਦੁੱਖ ਪਾਇਆ, ਦੁੱਖ ਹੀ ਹੈ ਨਾ ਵੀ ਜਿੰਨੀ ਕੁ ਲੋੜ ਸੀ ਉਹਨਾਂ ਕਦੇ ਚੰਗਾ ਭਲਾ ਤੁਰੀ ਫੁਰਕਾ ਚੱਲੀ ਜਾਂਦਾ ਸੀ, ਪਰ ਕਹਿੰਦਾ ਵੀ ਨਹੀਂ ਇਦੋਂ ਵਧੀਏ ਹੁਣ। ਫਿਰ ਉਦੋਂ ਵਧਣ ਵਾਸਤੇ ਕੀ ਦੌੜ ਭੱਜ ਵਧਾ ਲਈ। ਉਹ ਦੌੜ ਭੱਜ ਵਧਾਈ, ਹੁਣ ਜਿੰਨੀ ਦੌੜ ਭੱਜ ਵਧੇਗੀ ਕੀ ਹੋਏਗਾ, ਤਕਲੀਫ ਹੀ ਹੋਏਗੀ ਨਾ। ਮੰਨ ਲਓ ਇੱਕ ਇਨਸਾਨ 10 ਮਿੰਟ ਤੁਰ ਰਿਹਾ, ਉਹ ਵਧੀਆ 10 ਮਿੰਟ ਤੁਰ ਕੇ ਮੈਂ ਠੀਕ ਹਾਂ। ਹੁਣ ਉਸੇ ਬੰਦੇ ਨੂੰ ਅਸੀਂ ਕਹੀ ਜੇ ਵੀ ਸਾਰਾ ਦਿਨ ਭੱਜਿਆ ਫਿਰ, ਤੇ ਸ਼ਾਮ ਪੈਂਦੀ ਨੂੰ ਕੀ ਕਹੇਗਾ ਵੀ ਆਹ ਜੁੜੇ ਹੱਥ ਭਾਈ, ਹੁਣ ਸਮਰੱਥਾ ਨਹੀਂ। ਇਹੀ ਹਾਲਤ ਬਣ ਜਾਂਦੀ। ਚੰਗਾ ਭਲਾ ਪ੍ਰਸ਼ਾਦਾ ਪਾਣੀ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ, ਸਬਰ ਚੰਗਾ ਭਲਾ ਪ੍ਰਸ਼ਾਦਾ ਪਾਣੀ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ, ਪਰਿਵਾਰਕ ਲੋੜਾਂ ਪੂਰੀਆਂ ਹੋ ਰਹੀਆਂ, ਸਬਰ ਹੈ। ਕੀ ਕਰਦਾ ਇਨਸਾਨ? ਫਿਰ ਹੋਰ ਲਾਲਸਾ ਵਾਲੇ ਪਾਸੇ ਤੁਰ ਪੈਂਦਾ। ਗੱਲ ਤੇ ਇਹ ਸੀ ਨਾ ਵੀ ਘਰ ਦਾ ਗੁਜ਼ਾਰਾ ਹੋਣਾ ਚਾਹੀਦਾ ਹੈ,
ਵੀ ਚੰਗਾ ਜਿੰਨਾ ਕੁ ਤੇਰਾ ਗੁਜ਼ਾਰਾ ਤੈਨੂੰ ਚਾਹੀਦਾ ਉਹਨਾਂ ਕੁ ਤੇਰੇ ਕੋਲ ਹੈ, ਤੂੰ ਵਧੀਆ ਆਪਣਾ ਜ਼ਿੰਦਗੀ ਜਿਉਂ, ਖੁਸ਼ੀ ਖੁਸ਼ੀ ਪ੍ਰਸੰਨਤਾ ਨਾਲ ਸੁੱਖ ਭਰਿਆ ਜੀਵਨ ਜਿਉਂ। ਪਰ ਇਹ ਕਹਿੰਦਾ ਵੀ ਨਹੀਂ, ਗੁਜ਼ਾਰੇ ਨਾਲ ਗੱਲ ਕਿੱਥੇ ਬਣਦੀ, ਵੀ ਮੇਰੇ ਕੋਲ ਗੁਜ਼ਾਰੇ ਤੋਂ ਬਿਨਾਂ ਵੀ ਕੁਝ ਹੋਵੇ। ਉਹ ਜਿਹੜਾ ਗੁਜ਼ਾਰੇ ਤੋਂ ਬਿਨਾਂ ਕੁਝ ਹੋਵੇ ਨਾ, ਉਹ ਵਿਚਾਰੇ ਦੀ ਜ਼ਿੰਦਗੀ ਦਾ ਸਕੂਨ ਹੀ ਮਾਰ ਦਿੰਦਾ ਹੈ। ਹੁਣ ਇਹਨੇ ਕੀ ਕੀਤਾ, ਕਾਰ ਵਿਹਾਰ ਵਧਾ ਲਿਆ। ਜੇ ਬਿਜ਼ਨਸ ਕਰਦਾ ਸੀ, ਜਿਵੇਂ ਇੱਕ ਦੁਕਾਨ ਸੀ, ਵਧੀਆ ਕਰਦਾ, ਗੁਜ਼ਾਰਾ ਚੱਲ ਰਿਹਾ, ਇੱਕ ਦੁਕਾਨ ਨਾਲ ਵਧੀਆ, ਕਿ ਵੀ ਅਸੀਂ ਖੁਸ਼ ਹਾਂ ਜੀ, ਪ੍ਰਸੰਨ ਆ, ਸਾਡਾ ਗੁਜ਼ਾਰਾ ਵਧੀਆ ਚੱਲ ਰਿਹਾ। ਹੁਣ ਕਹਿੰਦਾ ਵੀ ਇੱਕ ਤੋਂ ਦੁਕਾਨ ਵਧਾ ਲਈਏ, ਦੋ ਕਰ ਲੀਆਂ, ਇੱਕ ਨਾਲ ਵੀ ਗੁਜ਼ਾਰਾ ਚੱਲ ਰਿਹਾ ਸੀ, ਦੋ ਨਾਲ ਵੀ ਗੁਜ਼ਾਰਾ ਚੱਲ ਰਿਹਾ। ਹੁਣ ਦੋ ਤੋਂ ਤਿੰਨ ਕਰ ਲੀਆਂ, ਇਦਾਂ ਵਧਾਈ ਜਾਂਦਾ। ਬਿਜ਼ਨਸਮੈਨ ਹੈ ਨਾ, ਵਧਾਈ ਜਾਂਦਾ ਹੈ। 3 ਤੋਂ 4, 4 ਤੋਂ 5, ਇੱਕ ਇਲਾਕੇ ਦੇ ਵਿੱਚ ਕਈ ਕਈ ਬ੍ਰਾਂਚ ਖੋਲ ਲੀਆਂ, ਫਿਰ ਹੋਰ ਇਲਾਕਿਆਂ ਦੇ ਵਿੱਚ ਪੈਰ ਪਸਾਰ ਲੈਂਦਾ ਵੀ ਹੋਰ ਪਾਸੇ ਵੀ ਬ੍ਰਾਂਚੇਸ ਖੋਲ ਦਈਏ। ਕੀਤਾ ਕੀ, ਇੱਕ ਦੁਕਾਨ ਨਾਲ ਵਧੀਆ ਗੁਜ਼ਾਰਾ ਚੱਲ। ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਕਾਰ ਵਿਹਾਰ ਨਾ ਵਧਾਓ, ਪਰ ਅਸੀਂ ਕਿਤੇ ਕਾਰ ਵਿਹਾਰ ਵਧਾਉਂਦੇ ਆ, ਆਪਣੀਆਂ ਜ਼ਿੰਦਗੀਆਂ ਦੇ ਸਕੂਨ ਤੇ ਨਹੀਂ ਗਵਾ ਰਹੇ। ਇਹ ਵੀ ਤੇ ਸੋਚੀਏ ਵੀ ਜਿੰਨਾ ਕੁ ਸਕੂਨ ਸਾਨੂੰ ਸਾਡੇ ਜੀਵਨ ਵਿੱਚ ਚਾਹੀਦਾ ਸੀ, ਕੀ ਅਸੀਂ ਉਹ ਗਵਾ ਤੇ ਨਹੀਂ ਰਹੇ? ਵੀ ਕਿਤੇ ਮੈਂ ਸ਼ਾਂਤੀ ਦੇ ਸਕੂਨ ਦੀ ਭਾਲ ਵਿੱਚ ਭੱਜਿਆ ਹੋਇਆ ਆਪਣਾ ਸਕੂਨ ਤੇ ਨਹੀਂ ਗਵਾਈ ਫਿਰਦਾ। ਲੱਭਣ ਮੈਂ ਸਕੂਨ ਚੱਲਿਆ, ਚਾਹੁੰਦਾ ਮੈਂ ਜ਼ਿੰਦਗੀ ਵਿੱਚ ਸ਼ਾਂਤੀ ਹੈ, ਆਪਣੀ ਦੌੜ ਭੱਜ ਵਧਾਈ ਜਾਂਦਾ। ਹੁਣ ਕਿਸੇ ਬੰਦੇ ਨੇ ਟਿਕਾ ਚਾਹੁੰਦਾ ਹੋਵੇ, ਕੋਈ ਬੰਦਾ ਟਿਕਾ, ਆਪਾਂ ਕਹੇ ਵੀ ਕਿਸੇ ਬੰਦੇ ਨੇ ਰੈਸਟ ਕਰਨੀ ਹੋਵੇ, ਤੇ ਉਹ ਅਗਲਾ ਕੀ ਕਰਦਾ, ਸਾਰਾ ਕਾਰ ਵਿਹਾਰ ਛੱਡ ਕੇ ਇੱਥੋਂ ਤੱਕ ਆਪਣਾ ਫੋਨ ਵੀ ਸਵਿਚ ਆਫ ਕਰ ਦਿੰਦਾ ਹੈ ਵੀ ਆਪਾਂ ਨੂੰ ਰੈਸਟ ਚਾਹੀਦੀ ਹੈ 2 ਘੜੀਆਂ। ਕਦੇ ਇਹ ਹੋਇਆ ਵੀ ਬੰਦਾ ਕਵੇ ਮੈਂ ਰੈਸਟ ਕਰਨੀ ਹੈ ਤੇ ਭੱਜਿਆ ਫਿਰੇ ਵੀ ਮੈਂ ਤੇ ਰੈਸਟ ਕਰਨ ਲੱਗਿਆ? ਹੋਇਆ ਇਦਾਂ? ਆਰਾਮ ਕਰਨ ਵਾਸਤੇ, ਰੈਸਟ ਕਰਨ ਵਾਸਤੇ ਉਹ ਟਿਕਾ ਚਾਹੁੰਦਾ ਹੈ, ਤੇ ਅਸੀਂ ਮਨ ਦੇ ਸਕੂਨ ਵਾਸਤੇ, ਮਨ ਦੀ ਸ਼ਾਂਤੀ ਵਾਸਤੇ ਦੌੜ ਭੱਜ 'ਚ ਲੱਗੇ ਹੋਏ ਆ। ਕੀ ਟਿਕਾ ਮਿਲੇਗਾ? ਸਾਹਿਬ ਕਹਿੰਦੇ ਦੂਜੇ ਭਾਏ ਦੁੱਖ ਪਾਇਆ। ਕਿ ਸੱਜਣਾ, ਅੱਜ ਤੱਕ ਸਮਾਜ ਵਿੱਚ ਤੇ ਇਹੋ ਵੇਖਿਆ ਗਿਆ, ਜਿਹੜਾ ਦੂਜੇ ਦੇ ਭਾਏ ਵਿੱਚ ਹੈ, ਦੂਜੇ ਦੇ ਪ੍ਰੇਮ ਵਿੱਚ, ਮਤਲਬ ਅਕਾਲ ਪੁਰਖ ਪਰਮੇਸ਼ਵਰ ਤੋਂ ਬਿਨਾ ਕਿਸੇ ਵਸਤੂ ਪਦਾਰਥ ਦੇ ਪ੍ਰੇਮ ਵਿੱਚ ਹੈ, ਸਭ ਜੋ ਹੀ ਜਮ ਕਾਲ, ਉਹ ਸਾਰੇ ਬਸ ਇਉਂ ਸਮਝੋ ਵੀ ਉਹਨਾਂ ਨੂੰ ਵੀ ਜਮ ਕਾਲ ਨੇ ਨਾਸ਼ ਕਰ ਦੇਣਾ, ਮੌਤ ਨੇ ਨਾਸ਼ ਕਰ ਦੇਣਾ। ਉਸ ਪ੍ਰੇਮ ਵਿੱਚ ਫਸਿਆਂ ਨੂੰ ਵੀ ਕੁਝ ਨਹੀਂ ਮਿਲਣਾ। ਕਰ ਲੈ ਇਨਸਾਨ ਜਿੰਨੇ ਕੇ ਯਤਨ ਕਰ ਸਕਦਾ, ਕਰ ਹੀ ਰਿਹਾ, ਦਿਨ ਰਾਤ ਲੱਗਾ ਹੋਇਆ। ਫਿਰ ਇਸ ਮਾਇਆ ਜਾਲ ਤੋਂ ਬਚਿਆ ਕਿਹੜਾ? ਬਾਪੂ ਜੀ ਸ਼ਲੋਕ ਦੀ ਅਖੀਰੀ ਪੰਕਤੀ ਚ ਆ ਕੇ ਕਹਿੰਦੇ, ਨਾਨਕ ਗੁਰਮੁਖ ਉਬਰੇ। ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ ਨਾ, ਮਤਲਬ ਜਿਨ੍ਹਾਂ ਨੇ ਗਿਆਨ ਹਾਸਲ ਕਰ ਲਿਆ, ਗੁਰੂ ਕਾ ਉਪਦੇਸ਼ ਜੀਵਨ ਵਿੱਚ ਕਮਾ ਲਿਆ, ਉਬਰੇ। ਤੇ ਉਬਰੇ ਦਾ ਕਾਰਨ ਕੀ ਸੀ, ਤਰੀਕਾ ਕੀ ਸੀ? ਸਾਚਾ ਨਾਮ ਸੰਭਾਲ, ਇੱਕ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਬੰਦਗੀ, ਰੱਬ ਜੀ ਨੂੰ ਚੇਤੇ ਕਰਦਿਆਂ ਹੋਇਆਂ, ਰੱਬ ਜੀ ਨੂੰ ਧਿਆਉਂਦਿਆਂ ਹੋਇਆਂ ਗੁਰਮੁਖ ਉਬਰੇ। ਗੁਰੂ ਵਾਲੇ ਜਿਹੜੇ ਗੁਰੂ ਦੇ ਰਾਹੀਂ ਜੀਵ ਉਬਰ ਗਏ, ਬਚ ਗਏ, ਉਹ ਮੈਂ ਮੇਰੀ ਤੋਂ ਉੱਪਰ ਉੱਠੇ, ਗਫਲਤ ਤੋਂ ਜਿਹੜਾ ਸੀ ਉਹ ਉੱਪਰ ਉੱਠ ਗਏ, ਆਪਣੀ ਗਲਤਾਨਤਾ ਉਹਨਾਂ ਖਤਮ ਕਰ ਲਈ। ਨਾਮ ਨੂੰ ਸੰਭਾਲਦਿਆਂ ਹੋਇਆਂ ਉਹ ਜੀਵ, ਇਹ ਸਾਰੀ ਦੀ ਸਾਰੀ ਜਿਹੜੀ ਦੂਜੇ ਭਾਏ ਦੀ ਜਾਲ ਨੇ, ਇਹਨਾਂ ਤੋਂ ਆਪਣਾ ਆਪ ਬਚਾ ਲੈਂਦੇ ਹਨ। ਮਹੱਲਾ ਪਹਿਲਾ। ਗੱਲੀ ਅਸੀਂ ਚੰਗੀਆ, ਆਚਾਰੀ ਬੁਰੀਆ, ਮਨੋ ਕੁਸਦਾ ਕਾਲੀਆ, ਬਾਹਰ ਚਿਟਵਿਆ। ਹੁਣ ਸਤਿਗੁਰੂ ਜੀ ਨੇ ਇੱਕ ਜੀਵ ਇਸਤਰੀ ਦੀ ਜਿਹੜੀ ਦਸ਼ਾ ਨਾ, ਜੀਵ ਇਸਤਰੀ ਮਤਲਬ ਆਪਾਂ ਸਾਰੇ,
ਇਸ ਜੀਵ ਇਸਤਰੀ ਦੀ ਦਸ਼ਾ ਨੂੰ ਸਤਿਗੁਰੂ ਜੀ ਨੇ ਬਿਆਨ ਕੀਤਾ। ਉਸ ਜੀਵ ਇਸਤਰੀ ਦੀ, ਜਿਹੜੀ ਜੀਵ ਇਸਤਰੀ ਦੀ ਪਹਿਲੋਂ ਗੱਲ ਗੁਰੂ ਅਮਰਦਾਸ ਸਾਹਿਬ ਨੇ ਕੀਤੀ, ਹਉ ਹਉ ਕਰਦੀ ਸਭ ਮੁਈ, ਉਹ ਜਿਹੜੀ ਮਾਇਆ ਵਿੱਚ ਗਲਤਾਨ ਹੈ, ਉਸ ਜੀਵ ਇਸਤਰੀ ਦੀ ਹੁਣ ਉਹਦੀ ਹਾਲਤ ਕੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਹਾਲਤ ਇਹ ਹੈ ਵੀ ਗੱਲਾਂ ਨਾਲ ਤੇ ਬਹੁਤ ਚੰਗੀ ਹੈ, ਗੱਲਾਂ ਨਾਲ ਬੜੀ ਚੰਗੀ, ਵੀ ਆਪਾਂ ਆ ਵੀ ਕੰਮ ਚੰਗਾ ਕਰ ਲੈਣਾ, ਆ ਵੀ ਕੰਮ ਚੰਗਾ ਕਰ ਲੈ, ਮਤਲਬ ਸਾਰੇ ਪਾਸਿਓਂ ਚੰਗਾ ਹੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਮੁਖ ਤੋਂ ਬੋਲਣ ਵੇਲੇ ਉਹ ਚੰਗੀ ਹੈ। ਆਪਣੇ ਪਹਿਰਾਵੇ ਤੋਂ ਜੀਵ ਚੰਗਾ ਹੈ, ਸੋਹਣਾ ਹੈ, ਲਿਬਾਸ ਸੋਹਣਾ ਹੈ, ਜ਼ੁਬਾਨ ਸੋਹਣੀ ਹੈ, ਦਿੱਖ ਸੋਹਣੀ ਹੈ, ਪਰ ਆਚਾਰੀ ਬੁਰੀਆਂ। ਲਿਬਾਸ ਦਾ ਵੀ ਖਿਆਲ ਨਹੀਂ ਜਦੋਂ ਆਚਰਣ ਦੀ ਗੱਲ ਆ ਜਾਏ। ਫਿਰ ਆਚਰਣ ਦੀ ਜਦੋਂ ਗੱਲ ਆ ਜਾਏ ਉਦੋਂ ਆਪਣੀ ਜ਼ੁਬਾਨ ਦਾ ਵੀ ਖਿਆਲ ਨਹੀਂ। ਜਦੋਂ ਆਚਾਰ ਦੀ ਬਾਤ ਆਉਂਦੀ ਹੈ, ਕੈਰੈਕਟਰ ਦੀ ਬਾਤ ਆਉਂਦੀ ਹੈ, ਨਾ ਲਿਬਾਸ ਦਾ ਖਿਆਲ, ਨਾ ਜ਼ੁਬਾਨ ਦਾ ਖਿਆਲ, ਨਾ ਪੇਸ਼ੇ ਦਾ ਖਿਆਲ, ਨਾ ਥਾਂ ਦਾ ਖਿਆਲ, ਆਚਾਰ ਤੋਂ ਡਿੱਗ ਪੈਂਦਾ ਹੈ, ਆਚਰਣ ਤੋਂ ਡਿੱਗ ਪਿਆ ਨਾ। ਸਮਾਜ ਦੇ ਅੰਦਰ ਕਿੰਨਾ ਕੁਝ ਸਾਡੇ ਸਾਹਮਣੇ ਹੋ ਰਿਹਾ ਜਾਂ ਅਸੀਂ ਨੇਤਾ ਪ੍ਰਤੀ ਸੁਣਦੇ ਹਾਂ, ਹੈ ਕਿਤੇ ਲਿਬਾਸ ਦਾ ਖਿਆਲ, ਥਾਂ ਦਾ ਹੀ ਖਿਆਲ ਕਰ ਲਿਆ ਹੋਵੇ। ਇੱਕ ਸ਼ਖਸ ਜਿਹੜਾ ਆਪਣੇ ਆਚਰਣ ਤੋਂ ਡਿੱਗ ਪੈਂਦਾ ਉਹ ਥਾਂ ਦਾ ਵੀ ਖਿਆਲ ਨਹੀਂ ਕਰਦਾ, ਧਰਮ ਸਥਾਨ ਤੇ ਹੀ ਬੇਪੱਤੀ ਕਰੀ ਜਾਂਦਾ। ਇੱਕ ਇਨਸਾਨ ਜਿਹੜਾ ਆਪਣੇ ਆਚਰਣ ਤੋਂ ਡਿੱਗ ਪੈਂਦਾ, ਆਚਰਣ ਤੋਂ ਡਿੱਗਿਆ ਹੋਇਆ ਲਿਬਾਸ ਧਰਮ ਦੇ ਦਾ ਵੀ ਖਿਆਲ ਨਹੀਂ ਕਰਦਾ। ਫਿਰ ਆਚਰਣ ਤੋਂ ਡਿੱਗਿਆ ਹੋਇਆ ਆਪਣੀ ਜ਼ੁਬਾਨ ਉੱਪਰਲੇ ਲਫ਼ਜ਼ਾਂ ਦਾ ਵੀ ਖਿਆਲ ਨਹੀਂ ਕਰਦਾ ਜਦੋਂ ਡਿੱਗ ਹੀ ਪਿਆ ਆਚਰਣ ਤੋਂ। ਤੇ ਸਾਹਿਬ ਕਹਿੰਦੇ ਗੱਲੀਂ ਅਸੀਂ ਚੰਗੀਆਂ, ਵੀ ਗੱਲਾਂ ਨਾਲ ਤੇ ਸਾਰੇ ਹੀ ਚੰਗੇ ਆ, ਪਰ ਆਚਰਣ ਚ ਕੋਈ ਟਾਵਾਂ ਟਾਵਾਂ ਚੰਗਾ ਹੈ ਨਹੀਂ, ਤੇ ਆਚਾਰੀ ਬੁਰੀਆਂ। ਸਾਰੇ ਦੇ ਸਾਰੇ ਆਚਰਣ ਕਰਕੇ ਫਿਰ ਕੀ ਆ, ਮਾੜੇ ਕੰਮਾਂ ਕਾਰਾਂ ਕਰਕੇ, ਆਪਣੇ ਕਾਰ ਵਿਹਾਰ ਕਰਕੇ, ਇਹਨਾਂ ਚੀਜ਼ਾਂ ਕਰਕੇ ਅਸੀਂ ਮਾੜੇ ਆ। ਮਨੋਂ ਕਸੁੱਧਾਂ ਕਾਲੀਆਂ, ਮਨ ਕਰਕੇ ਆ ਕਾਲੇ, ਬਾਹਰ ਚਿਟਵੀਆਂ, ਬਾਹਰੋਂ ਐ ਚਿੱਟੀਆਂ ਸੋਹਣੀਆਂ ਸਫੇਦ, ਬੜੇ ਸੋਹਣੇ ਸੋਹਣੇ। ਮਤਲਬ ਇਉਂ ਕਹਿ ਲਈਏ ਵੀ ਇੱਕ ਇਮਾਰਤ ਹੈ, ਉਹ ਇਮਾਰਤ ਦੇ ਬਾਹਰੋਂ ਰੰਗ ਬੜਾ ਚਿੱਟਾ ਫੇਰਿਆ, ਚਿੱਟੀ ਕਲੀ ਫੇਰੀ, ਲੋੜ ਤੋਂ ਵੀ ਵੱਧ ਚਿੱਟੀ। ਜਦੋਂ ਅੰਦਰ ਜਾ ਕੇ ਵੇਖਿਆ ਤੇ ਕਾਲਖ ਨਾਲ ਭਰੀ। ਬਸ ਆਹੀ ਹਾਲਤ ਅੱਜ ਇਨਸਾਨ ਦੀ ਬਣ ਚੁੱਕੀ। ਜ਼ੁਬਾਨ ਕਰਕੇ ਤੇ ਸਾਰਿਆਂ ਨੂੰ ਹੀ ਕਹਿੰਦਾ ਸੱਜਣਾ ਮੈਂ ਤੇਰੇ ਨਾਲ ਆ, ਮਨ ਚ ਕੀ ਲੈ ਕੇ ਬੈਠਾ ਅਸੀਂ ਦੱਸ ਨਹੀਂ ਸਕਦੇ। ਅੱਜ ਦੇ ਇਨਸਾਨ ਦੀ ਹਾਲਤ ਹੈ ਵੀ ਮੂੰਹ ਤੇ ਮਿੱਠਾ ਹੈ, ਪਿੱਠ ਪਿੱਛੇ ਕੌੜਾ। ਸਿਰਫ ਜਿੰਨਾ ਚਿਰ ਸਾਡੇ ਮੂੰਹ ਤੇ ਖੜਾ ਹੈ ਨਾ, ਉਹਨਾਂ ਚਿਰ ਸਾਡੀ ਤਾਰੀਫ ਵਿੱਚ ਹੈ, ਉਹਨਾਂ ਚਿਰ ਸਾਡੇ ਸ਼ੁਭ ਗੁਣਾਂ ਦੇ ਵਿੱਚ ਹੈ, ਉਹਨਾਂ ਚਿਰ ਸਾਡੀ ਵਡਿਆਈ ਵਿੱਚ ਹੈ। ਜਦੋਂ ਕਿਤੇ ਸਾਡੇ ਮੁਖ ਦੇ ਸਾਹਮਣੇ ਖੜਿਆਂ ਅਸੀਂ ਉਹਦੇ ਵੱਲ ਪਿੱਠ ਕਰ ਲਈਏ, ਉਹਨੇ ਨਹੀਂ ਕੀਤੀ ਅਸੀਂ ਕੀਤੀ ਅਜੇ, ਮਤਲਬ ਕਿ ਹੈ ਸਾਹਮਣੇ ਹੀ, ਦੂਰ ਨਹੀਂ ਗਿਆ ਅਜੇ, ਬਸ ਸਾਡਾ ਉਹਦੇ ਵੱਲੋਂ ਧਿਆਨ ਹਟ ਗਿਆ, ਉਸੇ ਵੇਲੇ ਲਫ਼ਜ਼ ਬਦਲ ਜਾਂਦੇ। ਜਿੰਨਾ ਚਿਰ ਧਿਆਨ ਸੀ ਉਹਨਾਂ ਚਿਰ ਤੇ ਕਹਿੰਦਾ ਰਿਹਾ ਜੀ ਤੁਸੀਂ ਹੀ ਹੋ, ਧਿਆਨ ਹਟਿਆ ਇਹਨੂੰ ਕਿਹਨੇ ਪੁੱਛਣਾ, ਇਹਨੂੰ ਕਿਸੇ ਨੇ।
ਇਹਨੂੰ ਜਾਣਦੇ ਹੀ ਕੋਈ ਨਹੀਂ, ਇਹਨੂੰ ਪੁੱਛਣਾ ਕਿੰਨੇ ਹੈ? ਜਿੰਨਾ ਚਿਰ ਸਾਹਿਬ ਤੁਹਾਨੂੰ ਤੇ ਸਾਰੇ ਜਾਣਦੇ ਆ ਜੀ, ਤੁਹਾਡੇ ਵਰਗਾ ਤੇ ਪਰਸਨ ਹੀ ਕੋਈ ਨਹੀਂ, ਇਨਸਾਨ ਹੀ ਕੋਈ ਨਹੀਂ ਤੁਹਾਡੇ ਵਰਗਾ। ਬਸ ਉਹ ਧਿਆਨ ਹਟਿਆ ਵੀ ਇਹਨੂੰ ਕਿੰਨੇ ਸਮ ਪੁੱਛਣਾ ਹੈ, ਇੱਥੇ ਹੀ ਵੇਖ ਲਿਓ ਕੀ ਕੁਝ ਬਣਦਾ। ਔਰ ਸਾਹਿਬ ਜੀ ਨੇ ਕਹਿੰਦੇ ਮਨੋ ਕਸੁੱਧਾਂ ਕਾਲੀਆਂ, ਜਿਹਨੂੰ ਜਦੋਂ ਗੁਰੂ ਨਾਨਕ ਸਾਹਿਬ ਜੀ ਭਾਈ ਸੱਜਣ ਨੂੰ ਮਿਲਦੇ ਨਾ, ਇੱਕ ਸ਼ਬਦ ਉਚਾਰਿਆ ਬਾਪੂ ਜੀ ਨੇ, ਉਹਦੇ ਵਿੱਚ ਵੀ ਇਸੇ ਤਰ੍ਹਾਂ ਦਾ ਜਿਹੜਾ ਜ਼ਿਕਰ ਸਾਹਿਬ ਨੇ ਕੀਤਾ, ਉਜਲ ਕਹਿ ਚਿਲਕਣਾ, ਬਾਹਰੋਂ ਬਹੁਤ ਚਿਲਕਦਾ ਹੈ, ਬੜਾ ਸੋਹਣਾ ਲੱਗਦਾ। ਕੋਟਿਮ ਕਾਲੜੀ ਮਸ ਅੰਦਰੋਂ ਕਾਲਖ ਨਾਲ ਭਰਿਆ, ਧੋਤਿਆਂ ਝੂਠ ਨਾ ਉਤਰੈ, ਜੇ 100 ਧੋਵਾਂ ਤਿਸ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਆ ਤੱਥੇ ਖੜੇ ਦਸਨ। ਫਿਰ ਬੱਗਾ ਬੱਗੇ ਕੱਪੜੇ, ਕਿੱਡਾ ਸੋਹਣਾ ਲੱਗਦਾ, ਚਿੱਟੇ ਕੱਪੜੇ ਪਾਏ ਹੋਣ ਨਾ, ਬੰਦਾ ਕਹਿੰਦਾ ਵੀ ਮੇਰੇ ਵਰਗੀ ਫੱਬ ਹੈ ਕਿਸੇ ਦੀ, ਵੀ ਜਿੰਨਾ ਸੋਹਣਾ ਮੈਂ ਲੱਗਦਾ। ਅੱਜ ਤੇ ਬੜਾ ਵੱਡਾ ਮੈਂ ਤੇ ਸ਼ਾਹੂਕਾਰ ਲੱਗਦਾ ਵੀ ਚਿੱਟੇ ਕੱਪੜੇ ਪਾਏ ਆ। ਉਹ ਬਗਲੇ ਦੀ ਵੀ ਹਾਲਤ ਇਹੀ ਆ, ਉਹ ਵੀ ਲੈ ਆਪਣਾ ਤੇ ਕੰਮ ਹੀ ਬੜਾ ਸੌਖਾ। ਬੱਗਾ ਬੱਗੇ ਕੱਪੜੇ, ਚਲੇ ਕਿੱਥੇ ਗਿਆ? ਤੀਰਥ ਮੰਝ ਵਸਨ। ਪਰ ਹੁਣ ਜਿਹੜਾ ਫਿਤਰਤ ਸੀ, ਸੁਭਾਵ ਸੀ, ਉਹ ਕਿੱਥੋਂ ਛੱਡੇ? ਖਿਆਲ ਰੱਖਿਓ ਔਰ ਖਿਮਾ ਕਰਿਓ, ਮੈਂ ਲਫ਼ਜ਼ ਵਰਤਨ ਲੱਗਿਆ। ਕੰਮ ਤੇ ਸੀ ਲੋਕਾਂ ਨੂੰ ਮਾਰਨ ਵਾਲੇ, ਕੰਮ ਤੇ ਸੀ ਲੋਕਾਂ ਨੂੰ ਲੁੱਟ ਕੇ ਖਾਣ ਵਾਲੇ, ਕੰਮ ਤੇ ਸੀ ਲੋਕਾਂ ਦਾ ਹੱਕ ਮਾਰਨ ਵਾਲੇ, ਤੇ ਹੁਣ ਚਿੱਟੇ ਕੱਪੜੇ ਪਾ ਕੇ ਕੀ ਕੰਮ ਛੱਡ ਦੇਗਾ? ਪਹਿਲੋਂ ਇਹ ਸੀ ਵੀ ਜ਼ਾਹਰ ਸੀ ਵੀ ਕੱਪੜੇ ਵੀ ਕਾਲੇ ਤੇ ਕੰਮ ਵੀ ਕਾਲੇ, ਹੁਣ ਕੱਪੜੇ ਚਿੱਟੇ ਕਰ ਲਏ। ਸ਼ਾਇਦ ਪਹਿਲੋਂ ਵੀ ਆਪ ਜੀ ਅੱਗੇ ਬੇਨਤੀ ਕੀਤੀ ਵੀ ਬਹੁਤਾਤ ਆਪਣੇ ਕਾਲੇ ਕੰਮਾਂ ਨੂੰ ਲੁਕਾਉਣ ਵਾਸਤੇ ਹੀ ਚਿੱਟੇ ਕੱਪੜੇ ਪਾਏ ਜਾਂਦੇ, ਬਹੁਤਾਤ। ਇਸੇ ਕਰਕੇ ਬਾਪੂ ਜੀ ਨੇ ਬਾਣੀ ਚ ਕਿਹਾ, ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ। ਉਸ ਚਿੱਤ ਕਰਕੇ ਸਾਰੇ ਹੀ ਕਠੋਰ ਨੇ, ਕੱਪੜੇ ਬਹੁਤ ਸੋਹਣੇ ਨੇ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਕੱਪੜੇ ਵੀ ਸੋਹਣੇ ਪਾਲੇ, ਲਿਬਾਸ ਬਣ ਗਿਆ ਸੋਹਣਾ, ਚਲੇ ਵੀ ਤੀਰਥ ਸਥਾਨ ਤੇ ਗਿਆ। ਲੋਕੀ ਤੇ ਇਹੀ ਕਹਿਣਗੇ ਨਾ, ਬੜਾ ਧਰਮੀ ਭਾਈ, ਵੇਖੋ ਇਹਨੇ ਇਕੱਲਾ ਲਿਬਾਸ ਹੀ ਨਹੀਂ ਬਦਲਿਆ, ਇਹਨੇ ਤੇ ਆਪਣੇ ਕਰਮ ਵੀ ਬਦਲ ਲਏ, ਇਹ ਤੇ ਹੁਣ ਲੋਕਾਂ ਨੂੰ ਲੁੱਟਣ ਨਹੀਂ ਜਾਂਦਾ, ਇਹ ਤੇ ਤੀਰਥ ਸਥਾਨਾਂ ਤੇ ਜਾਣ ਲੱਗ ਗਿਆ। ਇਹ ਨਹੀਂ ਪਤਾ ਤੀਰਥ ਸਥਾਨਾਂ ਤੇ ਜਾ ਕੇ ਵੀ ਉਹੀ ਕੁਝ ਕਰਦਾ। ਸੁਭਾਵ ਹੈ ਨਾ, ਨੇਚਰ ਬਣ ਚੁੱਕਾ। ਉਹ ਜਿਹੜਾ ਨੇਚਰ ਤੇ ਸੁਭਾਵ ਬਣ ਗਿਆ, ਬਸ ਇਹ ਸੀ ਵੀ ਪਹਿਲੋਂ ਘਰੇ ਰਹਿੰਦਾ, ਲੋਕਾਂ ਨੂੰ ਸ਼ਰੇਆਮ ਲੁੱਟਦਾ ਸੀ, ਹੁਣ ਤੀਰਥ ਸਥਾਨ ਤੇ ਜਾ ਕੇ ਉਥੋਂ ਦੇ ਹਿਸਾਬ ਨਾਲ ਲੁੱਟੀ ਜਾਂਦਾ। ਕੰਮ ਉਹੀ ਹੈ। ਬਾਪੂ ਜੀ ਕਹਿੰਦੇ ਤੀਰਥ ਮੰਝ ਵਸਨ, ਹੁਣ ਹਾਲਾਤ ਘੁੱਟ ਘੁੱਟ ਜੀਆਂ ਖਾਵਣੇ, ਬੱਗੇ ਨਾ ਕਹੀਂ ਅੰਨ। ਬੱਗੇ ਨਹੀਂ ਕਹੇ ਜਾਣੇ, ਉਹਨੂੰ ਸਾਫ਼ ਤੇ ਸੁਥਰਾ ਨਹੀਂ ਕਿਹਾ ਜਾਣਾ। ਬਸ ਇਹੀ ਹੈ ਵੀ ਉਹਨੇ ਜਗ੍ਹਾ ਬਦਲੀ ਹੈ, ਪਹਿਲੋਂ ਛੱਪੜ ਤੇ ਰਹਿੰਦਾ ਸੀ, ਹੁਣ ਤੀਰਥ ਤੇ ਰਹਿਣ ਲੱਗ ਗਿਆ। ਛੱਪੜ ਤੇ ਰਹਿੰਦਾ ਵੀ ਡੱਡੂ ਤੇ ਮੱਛੀਆਂ ਹੀ ਖਾਂਦਾ ਸੀ, ਤੀਰਥ ਤੇ ਜਾ ਕੇ ਵੀ ਡੱਡੂ ਤੇ ਮੱਛੀਆਂ ਹੀ ਖਾ ਰਿਹਾ ਹੈ। ਇਹ ਨਹੀਂ ਵੀ ਉੱਥੇ ਜਾ ਕੇ ਹੁਣ ਇਹਨੇ ਖਾਣਾ ਬਦਲ ਲਿਆ, ਉਹੀ ਕੰਮ ਹੈ। ਬਸ ਸਿਰਫ ਤਬਦੀਲੀ ਕੀ ਆਈ ਹੈ? ਪਹਿਰਾਵੇ ਵਿੱਚ ਤੇ ਲੁੱਟਣ ਦੇ ਤਰੀਕੇ ਵਿੱਚ ਤਬਦੀਲੀ ਆਈ ਹੈ। ਪਹਿਲੋਂ ਮਾਰ ਕੁੱਟ ਕੇ ਲੁੱਟਦਾ ਸੀ, ਹੁਣ ਭਰਮ ਚ ਪਾ ਕੇ ਲੁੱਟੀ ਜਾਂਦਾ ਹੈ। ਫਰਕ ਕੀ ਆਇਆ? ਪਹਿਲੋਂ ਜਦੋਂ ਲੁੱਟਦਾ ਸੀ ਉਦੋਂ ਲੋਕਾਂ ਤੇ ਤਸ਼ੱਦਦ ਕਰਦਾ, ਜ਼ੁਲਮ ਕਰਦਾ, ਲੋਕਾਂ ਨੂੰ ਮਾਰਨਾ ਕੁੱਟਣਾ, ਫਿਰ ਖੋਹ ਲੈਣਾ, ਲੋਕ ਵੀ ਮਾੜਾ ਕਹਿੰਦੇ ਸੀ। ਹੁਣ ਨਾ ਮਾਰਦਾ, ਨਾ ਕੁੱਟਦਾ, ਨਾ ਖੋਹਦਾ, ਹੁਣ ਲੋਕਾਂ ਨੂੰ ਭਰਮ ਵਿੱਚ ਪਾਉਂਦਾ, ਲੋਕ ਆਪੇ ਹੀ ਫੜਾਈ ਜਾਂਦੇ ਨੇ। ਕੰਮ ਉਹੀ ਹੈ, ਬਦਲਿਆ ਕੁਛ ਨਹੀਂ, ਲੁੱਟਣਾ ਹੀ ਹੈ, ਬਸ ਤਰੀਕਾ ਬਦਲ ਲਿਆ ਲੁੱਟਣ ਦਾ। ਪਹਿਲੋਂ ਕਹਿੰਦਾ ਵੀ ਤੇਰੇ ਹੱਥ 'ਚ ਜਿੰਨੇ ਸਾਰੇ ਹੀ ਦੇ ਜਾ, ਹੁਣ ਕਹਿੰਦਾ ਜੇ ਆਪਣਾ ਬਚਾ ਚਾਹੁੰਦਾ ਵੀ ਤੂੰ ਦੁੱਖਾਂ ਤੋਂ ਬਚ ਜੇ, ਵੀ ਇੰਨਾ ਕੁ ਖਰਚਾ ਤੇਰਾ ਆ ਜਾਣਾ,
ਉਹ ਇਨਸਾਨ ਵੀ ਦੇ ਦਿਓ ਕੋਈ ਗੱਲ। ਉਹ ਪਹਿਲੋਂ ਜਦੋਂ ਲੁੱਟਿਆ ਜਾਂਦਾ ਸੀ ਉਦੋਂ ਥੋੜੇ ਲੁੱਟੇ ਜਾਂਦੇ, ਰੌਲਾ ਵੱਧ ਸੀ, ਹੁਣ ਲੁੱਟਿਆ ਵੱਧ ਜਾਂਦਾ, ਬਸ ਹੱਥ ਜੋੜ ਕੇ ਖੜਾ ਹੈ। ਫਰਕ ਸਿਰਫ ਆ ਪਿਆ, ਜਿਹਨੂੰ ਬਾਪੂ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕਰਦਿਆਂ ਆਖਿਆ, ਕਹਿੰਦੇ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ, ਜਿਹਨੂੰ ਸਾਹਿਬ ਭਗਤ ਕਬੀਰ ਸਾਹਿਬ ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਣ ਤੱਗ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿਉ ਪੇਡਾ ਗਟਕਾਵੇਂ। ਹੁਣ ਇਹਨਾਂ ਦਾ ਪਿਛੋਕੜ ਫਰੋਲ ਕੇ ਵੇਖੋ ਜਿੰਨੇ ਬੈਠੇ ਨੇ, ਹੈ ਕਿਤੇ ਚੰਗਾ ਆਚਰਣ ਦਿਸਦਾ? ਸਿਰਫ ਤਰੀਕਾ ਹੀ ਬਦਲਿਆ ਨਾ, ਵੀ ਪਹਿਲਾਂ ਸ਼ਰੇਆਮ ਲੁੱਟਣਾ, ਹੁਣ ਕਿਸੇ ਥਰੂ ਲੁੱਟ ਲੈਣਾ, ਕੋਈ ਬਹਾਨਾ ਬਣਾ ਲੈਣਾ, ਬਸ ਤਰੀਕਾ ਤੇ ਬਦਲਿਆ। ਸਿਰਫ ਇਹੀ ਹੈ ਨਾ ਵੀ ਆਚਾਰ ਉਹੀ ਹੈ, ਆਚਰਣ ਉਹੀ ਹੈ, ਸਿਰਫ ਇਹ ਹੋਇਆ ਕਿ ਮਨੋਂ ਕਸੁੱਧਾਂ ਕਾਲੀਆਂ ਅੱਜ ਵੀ ਕਾਲੀਆਂ ਨੇ, ਬਾਹਰ ਚਿਟਵੀਆਂ ਬਾਹਰੋਂ ਚਿੱਟੀਆਂ ਹੋ ਗਈਆਂ। ਹੁਣ ਜਿਨ੍ਹਾਂ ਦੀ ਭਗਤ ਕਬੀਰ ਸਾਹਿਬ ਸਾਰੇ ਨਹੀਂ, ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਣ ਤੱਕ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ, ਉਹ ਜਿਨ੍ਹਾਂ ਦੀ ਗੱਲ ਭਗਤ ਕਬੀਰ ਸਾਹਿਬ ਕਰ ਰਹੇ ਨਾ, ਉਹਨਾਂ ਦਾ ਪਿਛੋਕੜ ਫਰੋਲ ਕੇ ਵੇਖੋ ਕਿਤੇ। ਪਹਿਲੋਂ ਕੀ ਕਰਦੇ ਸੀ? ਲੁੱਟਾਂ ਖੋਹਾਂ। ਹੁਣ ਕੀ ਕਰਦੇ? ਲੁੱਟਾਂ ਖੋਹਾਂ ਦਾ ਨਾਮ ਬਦਲ ਗਿਆ ਬਸ। ਇਹ ਉਹ ਇਨਸਾਨ ਨੇ ਜਿੰਨੇ ਵੀ ਲੋਕਾਂ ਨੂੰ ਭਰਮ ਵਿੱਚ ਪਾ ਕੇ ਲੁੱਟਣ ਵਾਲੇ, ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਭਰਮ ਵਿੱਚ ਪਾ ਕੇ ਲੁੱਟਣ ਵਾਲੇ ਨੇ। ਇਹ ਉਹ ਇਨਸਾਨ ਨੇ ਜਿਨ੍ਹਾਂ ਦੇ ਪਿੰਡ ਵਾਲਿਆਂ ਵੀ ਉਹਨੂੰ ਨਹੀਂ ਚੱਲਿਆ, ਜਿਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਵੀ ਉਹਨੂੰ ਨਹੀਂ ਚੱਲਿਆ। ਇਹ ਉਹ ਇਨਸਾਨ ਨੇ ਜਿਨ੍ਹਾਂ ਨੇ ਦੁਨੀਆ ਨੂੰ ਲੁੱਟਣਾ ਸ਼ੁਰੂ ਕੀਤਾ। ਕਿਤੇ ਪਿਛੋਕੜ ਉਹਨਾਂ ਦਾ ਫਰੋਲ ਕੇ ਵੇਖੋ, ਉਹਨਾਂ ਦਾ ਆਚਰਣ ਕਦੇ ਝਾਤ ਮਾਰ ਕੇ ਵੇਖੋ ਵੀ ਹੈ ਕੀ। ਮਨੋਂ ਕਸੁੱਧਾਂ ਕਾਲੀਆਂ, ਫਿਰ ਉਹਨਾਂ ਦੇ ਕਰਮ, ਉਹਨਾਂ ਦਾ ਬੋਲ ਚਾਲ, ਉਹਨਾਂ ਦੇ ਤਰੀਕੇ ਜਾਂ ਉਹਨਾਂ ਦੇ ਕੀਤੇ ਹੋਏ ਕੰਮ ਇਸ ਗੱਲ ਦੀ ਸਬੂਤ ਔਰ ਇਸ ਗੱਲ ਨੂੰ ਸਾਬਤ ਕਰਦੇ। ਮਨੋਂ ਕਸੁੱਧਾਂ ਕਾਲੀਆਂ ਬਾਹਰ ਚਿਤਵੀਆਂ। ਇਹ ਉਹ ਹਾਲਾਤ ਜਿਹਨੂੰ ਬਾਬਾ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਇਹ ਉਹ ਧੌਲਹਰ ਨੇ ਜਿਹੜੇ ਚਿਤਰੇ ਹੋਏ ਦਿਸ ਰਹੇ ਨੇ, ਪਰ ਅੰਦਰੋਂ ਸਾਰੀ ਢਹਿ ਢੇਰੀ ਹੋ ਚੁੱਕੇ, ਅੰਦਰੋਂ ਸਾਰੀ ਢਹਿ ਢੇਰੀ ਹੋ ਚੁੱਕੇ ਨੇ। ਬਾਹਰੋਂ ਬਹੁਤ ਸੋਹਣੇ ਚਿਤਵੇ ਹੋਏ ਨਜ਼ਰ ਆ ਰਹੇ, ਤੇ ਵੇਖ ਕੇ ਲੋਕ ਭਰਮ ਜਾਂਦੇ ਨੇ, ਤੇ ਭਰਮੇ ਹੋਏ ਲੋਕ ਭੁਲੇਖਾ ਖਾ ਜਾਂਦੇ। ਜਦੋਂ ਭੁਲੇਖੇ ਵਿੱਚ ਆਉਂਦੇ ਨੇ ਤੇ ਅੰਦਰ ਕੀ ਨਜ਼ਰੀ ਆਉਂਦਾ? ਅੰਦਰ ਤੇ ਆਈ ਕੁਛ ਨਹੀਂ। ਜਿਹਨੂੰ ਫਿਰ ਗੁਰੂ ਨਾਨਕ ਸਾਹਿਬ ਸਿਮਲ ਰੁਖ ਸਰਾਏਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਸਭ ਕੋ ਨਿਵੈ ਆਪ ਕਉ ਪਰ ਕੋ ਨਿਵੈ ਨਾ ਕੋਏ, ਧਰਤ ਰਾਜੂ ਤੋਲੀਐ ਨਿਵੇ ਸੋ ਗੌਰਾ ਹੋਏ, ਅਪਰਾਧੀ ਦੂਣਾ ਨਿਵੈ ਮਨੋ ਕਸੁੱਧਾਂ ਕਾਲੀਆਂ, ਜਿਉ ਹੰਤਾ ਮਿਰਗਾਹੇ ਸੀਸ ਨਿਵਾਇਆ ਕਿਆ ਥੀਐ, ਜਾਰੇ ਦਾ ਇੱਕ ਸੁਧ ਹੈ ਜਾਹੇ ਮਨੋ ਕਸੁੱਧਾਂ ਕਾਲੀਆਂ ਬਾਹਰ ਚਿਤਵੀਆਂ। ਬਾਹਰੋਂ ਬਹੁਤ ਹੀ ਸੋਹਣੇ ਨਜ਼ਰ ਆਉਂਦੇ ਨੇ। ਤੇ ਸਾਹਿਬ ਜੀ ਫਿਰ ਆਖਦੇ, ਕਹਿੰਦੇ ਇਹ ਉਹ ਨੇ ਜਿਹੜੇ ਮਨ ਕਰਕੇ ਖੋਟ ਤੇ ਬਾਹਰੀ ਤੌਰ ਤੇ ਆਪਣੇ ਆਪ ਨੂੰ ਸੰਪੂਰਨ ਦੱਸਦੇ ਹਨ। ਰੀਸਾ ਕਰਹਿ ਤਿਨਾੜੀਆ, ਜੋ ਸੇਵਹਿ ਦਰ ਖੜੀਆ, ਨਾਲ ਖਸਮੈ ਰਤੀਆ, ਮਾਣਹਿ ਸੁਖ ਰਲਿਆ। ਰੀਸਾਂ ਉਹਨਾਂ ਦੀਆਂ ਜਿਹੜੀਆਂ ਸੱਚਮੁੱਚ ਰੱਬ ਨਾਲ ਜੁੜੀਆਂ। ਹੁਣ ਰੱਬ ਨਾਲ ਜੁੜੇ ਨੂੰ ਕਹਿੰਦੇ ਜੀ ਭਗਤ ਹੈ, ਰੱਬ ਨਾਲ ਜੁੜਿਆ ਵਾਕਈ ਭਗਤ ਹੈ। ਹੁਣ ਇਹ ਨਹੀਂ ਸੀ ਪਤਾ ਵੀ ਉਹਦਾ ਕਿੱਦਾਂ ਦਾ ਲਿਬਾਸ ਹੈ, ਕਿੱਦਾਂ ਦਾ। ਜਿਵੇਂ ਬਾਬਾ ਕਬੀਰ ਸਾਹਿਬ ਨੂੰ ਆਪਾਂ ਪੜ੍ਹਦੇ ਹਾਂ, ਬਾਬਾ ਜੀ ਦੀ ਬਾਣੀ ਵਿੱਚ ਨਾ ਉਹ ਅਕਸਰ ਜਪਨੀ ਦੀ ਮਾਲਾ ਦੀ ਗੱਲ ਕਰਦੇ।
ਹੁਣ ਇਹ ਨਹੀਂ ਸੀ ਪਤਾ ਵੀ ਉਹਨਾਂ ਕੋਲ ਮਾਲਾ ਹੈ ਕਿ ਨਹੀਂ। ਜਿਹੜੇ ਉਹਨਾਂ ਦੀ ਰੀਸ ਕਰਨਾ ਚਾਹੁੰਦੇ ਸੀ ਉਹਨਾਂ ਹੱਥ 'ਚ ਮਾਲਾ ਫੜ ਲਈ। ਰੀਸਾਂ ਕਰਾਂ ਤੇ ਨਾੜੀਆਂ। ਹੁਣ ਬਾਬਾ ਕਬੀਰ ਸਾਹਿਬ ਜੀ ਜੋ ਸੇਵੇਂ ਦਰ ਖੜੀਆਂ, ਇਹ ਉਹ ਨੇ ਜਿਹੜੇ ਦਰ ਤੇ ਖੜੇ ਸੇਵ ਰਹੇ, ਰੱਬ ਨੂੰ ਚੇਤੇ ਕਰ ਰਹੇ। ਤੇ ਜਿਹੜੇ ਅੱਜ ਦੇ ਨੇ ਉਹ ਕੀ ਕਹਿੰਦੇ, ਉਹ ਰੀਸ 'ਚ ਹੀ ਲੱਗੇ ਹੋ। ਬਾਬਾ ਕਬੀਰ ਸਾਹਿਬ ਕਹਿੰਦੇ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਤੇ ਅੱਜ ਵਾਲੇ ਕਹਿੰਦੇ ਸਾਡੇ ਹੱਥ ਵਿੱਚ ਹੀ ਸਿਮਰਨੀ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ, ਹਿਰਦੈ ਰਾਮ ਨਾ ਚੇਤਈ, ਇਹ ਜਪਨੀ ਕਿਆ ਹੋਏ। ਤੇ ਸਾਡੇ ਵਾਲੇ ਅੱਜ ਦੇ ਕਹਿੰਦੇ ਜਪਨੀ ਤੋਂ ਬਿਨਾ ਹੋਣਾ ਹੀ ਕੁਝ ਨਹੀਂ। ਉਹ ਹਿਰਦੈ ਰਾਮ ਨਾ ਚੇਤਈ, ਕਹਿੰਦੇ ਹੱਥ 'ਚ ਫੜੀ ਮਾਲਾ, ਰੱਬ ਤੋਂ ਚੇਤੇ ਨਹੀਂ ਕੀਤਾ, ਤੇ ਜਪਨੀ ਦਾ ਕੀ ਕਰੇਗਾ। ਤੇ ਅਸੀਂ ਕਹਿੰਦੇ ਆ ਜਪਨੀ ਤੋਂ ਬਿਨਾ ਚੱਲਦਾ ਹੀ ਕੁਝ ਨਹੀਂ। ਰੀਸਾਂ ਕਰੇ ਤੇ ਨਾੜੀਆਂ, ਜੋ ਸੇਵੇਂ ਦਰ ਖੜੀਆਂ, ਨਾਲ ਖਸਮੈ ਰੱਤੀਆਂ, ਮਾਣੇ ਸੁੱਖ ਰਲੀਆਂ। ਉਹ ਤੇ ਖਸਮ ਨਾਲ ਰੱਤੀਆਂ ਹੋਈਆਂ, ਸੁੱਖ ਰਲੀਆਂ ਮਾਣ ਰਹੀਆਂ ਨੇ। ਪਰ ਅਸੀਂ ਵਿਖਾਵਾ ਕਰੀ ਜਾਂਦੇ ਜੀ, ਅਸੀਂ ਤੇ ਖਸਮ ਨਾਲ ਰੱਤੀਆਂ ਆ, ਅਸੀਂ ਤੇ ਬੜੇ ਸੁਖੀ ਆ। ਜਿਵੇਂ ਗੁਰੂ ਨਾਨਕ ਸਾਹਿਬ ਵੇਲੇ ਵੈਸ਼ਨੋ ਸਾਧ ਕਲਯੁਗੀ ਪੰਡਾ, ਇਹ ਉਹ ਨੇ ਜਿਹੜੇ ਕਹਿੰਦੇ ਸਾਡੇ ਵਰਗਾ ਧਰਮੀ ਕਿੱਥੇ। ਕਲਯੁਗੀ ਪਾਂਡਾ ਕਹਿੰਦਾ ਵੀ ਆਪਾਂ ਤੇ ਸਾਰਾ ਕੁਝ ਹੀ ਵਿਖਾ ਦਾਂਗੇ, ਆਪਾਂ ਖਸਮ ਨਾਲ ਮਿਲੇ ਹੋਏ ਆ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜੇ ਤੂੰ ਸੱਜਣਾ ਵਾਕਈ ਸਾਰਾ ਕੁਝ ਵੇਖਦਾ ਫਿਰ ਲੋਟਾ ਵੀ ਲੱਭ ਲਾ, ਉੱਥੇ ਸਾਰਾ ਬਾਜ ਉਗੜ ਗਿਆ। ਸਾਰਾ ਬਾਜ ਉਗੜ ਗਿਆ ਨਾ। ਵੀ ਆਂਟ ਛੇਤੀ ਨਾਕ ਪਕੜੇ ਸੂਝ ਤੇ ਤਿੰਨ ਲੋ, ਮਗਰ ਪਾਸੇ ਕਸ ਨਾ ਸੂਝੈ, ਇਹ ਪਦਮ ਅਲੋ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹ ਕੀ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਆਹ ਹਾਲਾਤ ਬਣ ਗਏ, ਧਰਮ ਕਿੱਥੇ ਰਹਿ ਗਿਆ। ਅੱਜ ਦੇ ਸਮੇਂ 'ਚ ਖਿਮਾ ਕਰਿਓ ਮੈਂ ਲਫ਼ਜ਼ ਵਰਤ ਰਿਹਾ, ਧਰਮ ਨਾਮ ਦਾ ਹੈ। ਧਰਮ ਸਾਡੇ ਹਾਲਾਤਾਂ ਨੇ, ਮਨੁੱਖਾਂ ਦੇ ਕਰਮ ਜਿਹੜੇ ਨਾ, ਇਹ ਇਸ ਗੱਲ ਨੂੰ ਸਾਬਤ ਕਰ ਰਹੇ ਵੀ ਧਰਮ ਗੱਲਾਂ ਕਰਕੇ ਰਹਿ ਗਿਆ, ਜੀਵਨਾਂ ਵਿੱਚ ਧਰਮ ਨਹੀਂ ਨਜ਼ਰ ਆਉਂਦਾ। ਜ਼ੁਬਾਨੀ ਧਰਮ ਹੈ ਬਸ। ਸਾਹਿਬ ਜੀ ਕਹਿੰਦੇ ਨਾਲ ਖਸਮੈ ਰੱਤੀਆਂ, ਮਾਣੈ ਸੁਖ ਰਲੀਆਂ। ਹੁੰਦੈ ਤਾਣ ਨਿਤਾਣੀਆ, ਰਹਿ ਨਿਮਾਨੜੀਆ, ਨਾਨਕ ਜਨਮ ਸਕਰ ਥਾ, ਜੇ ਤਿਨ ਕੈ ਸੰਗ ਮਿਲਾ। ਜਿਹੜੀਆਂ ਤੇ ਰੱਬੀ ਪਿਆਰੀਆਂ ਨੇ ਉਹ ਕਹਿੰਦੀ ਉਹ ਰਹਿੰਦੀਆਂ ਨੇ, ਹੁੰਦਾ ਤਾਣ ਨਿਤਾਣੀਆਂ, ਉਹ ਬਲ ਹੁੰਦਿਆਂ ਹੋਇਆਂ ਵੀ ਨਿਤਾਣੀਆਂ ਨੇ, ਤਾਣ ਹੁੰਦਿਆਂ ਹੋਇਆਂ ਵੀ ਕਹਿੰਦੇ ਵੀ ਆਪਾਂ ਤੇ ਕੁਝ ਨਹੀਂ ਕਰਨ ਜੋਗੇ, ਸਭ ਕੁਝ ਰੱਬ ਜੀ ਕਰਦੇ। ਔਰ ਸੱਚਮੁੱਚ ਕਰਨ ਵਾਲਾ ਤੇ ਅਕਾਲ ਪੁਰਖ ਹੀ ਹੈ। ਪਰ ਜਿਹੜੇ ਹੁਣ ਵਿਖਾਵਾ ਕਰ ਰਹੇ ਉਹ ਕਹਿੰਦੇ ਵੀ ਤੂੰ ਮੇਰਾ ਨਾਂ ਤੇ ਲੈ ਕੇ ਵੇਖ, ਤੈਨੂੰ ਮੇਰੀ ਹੈਸੀਅਤ ਦਾ ਪਤਾ ਲੱਗੇਗਾ। ਜਿਹੜੇ ਰੱਬ ਨਾਲ ਜੁੜੇ ਉਹ ਕਹਿੰਦੇ ਰੱਬ ਜੀ ਨੇ ਸਭ ਕੁਝ ਕਰਨਾ ਹੈ, ਵੀ ਕੋਈ ਗੱਲ ਨਹੀਂ ਰੱਬ ਜੀ ਕਾਰਜ ਸਵਾਰਨਗੇ। ਤੇ ਜਿਹੜੇ ਵਿਖਾਵਾ ਕਰੋ ਮੈਂ ਤੈਨੂੰ ਕੋਈ ਗੱਲ ਨਹੀਂ, ਜਦੋਂ ਵੀ ਕਿਤੇ ਸਮਾਂ ਬਣਿਆ ਨਾ ਤੇ ਉਹਦੇ ਕੋਲ ਜਾ ਕੇ ਇੱਕ ਵਾਰੀ ਮੇਰਾ ਜ਼ਿਕਰ ਕਰੀ, ਤੇਰਾ ਸਾਰੀ ਕਾਰਜ ਬਣ, ਮੈਂ ਤੇਰੇ ਸਾਰੇ ਕੰਮ ਸਵਾਰ ਦਿਆਂਗਾ। ਕਾਰਜ ਰੱਬ ਨੇ ਬਣਾਉਣੇ, ਕਿੰਨਾ ਫਰਕ। ਇੱਕ ਪਾਸੇ ਕਹਿੰਦਾ ਜਿਹੜਾ ਰੱਬ ਨਾਲ ਜੁੜਿਆ ਹੋਗਾ, ਨਾ ਹਮ ਕੀਆ ਨਾ ਕਰਹੇਂਗੇ, ਨਾ ਕਰ ਸਕੇ ਸਰੀਰ। ਤੇ ਜਿਹੜਾ ਰੱਬ ਤੋਂ ਟੁੱਟ, ਹਮ ਕੀਆ ਹਮ ਕਰਹੇਂਗੇ, ਹਮ ਮੂਰਖ ਗਵਾਰ। ਇਸ ਗੱਲ ਨੂੰ ਉਹ ਭੁੱਲ ਜਾਂਦਾ, ਮੈਂ ਕੀਤਾ ਤੈਨੂੰ, ਤੇਰੇ ਤੋਂ ਪਹਿਲਾਂ ਕਈਆਂ ਦੇ ਕੰਮ ਸਵਾਰੇ ਨੇ, ਕੋਈ ਨਾ ਤੇਰਾ ਵੀ ਸਵਾਰ ਦਾਂਗੇ। ਇਹ ਤੇ ਸੱਜਣਾ ਰੱਬ ਦਾ ਸ਼ੁਕਰ ਕਰ, ਜਿਨੇ ਇੰਨੀ ਹੈਸੀਅਤ ਤੇ ਇੰਨੇ ਜੋਗਾ ਤੈਨੂੰ ਕੀਤਾ ਹੈ ਕਿ ਉਹ ਤੈਨੂੰ ਲੋਕਾਂ ਦੇ ਕੰਮ ਸਵਾਰਨ ਵਾਸਤੇ ਤਾਕਤ ਦੇ ਰਿਹਾ ਹੈ। ਉਹ ਅੱਜ ਤੇਰੇ ਤੋਂ ਸੱਤਾ ਖੋਲੇ, ਤੈਨੂੰ ਕਿੰਨੇ ਪੁੱਛਣਾ, ਤੇਰੇ ਵਰਗੇ ਕਈ ਚਲੇ ਗਏ। ਬਾਪੂ ਜੀ ਨੇ ਬਾਣੀ ਚ ਕਿਹਾ, ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਖਿਆ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਪਤਾ ਹੀ ਨਹੀਂ ਕਿੰਨੇ ਕ ਲੰਘੇ, ਤੇਰੇ ਵਰਗੇ ਪਹਿਲਾਂ ਵੀ ਬੜੇ ਆਏ, ਅੱਜ ਤੂੰ ਹੈ
ਕੱਲ ਨੂੰ ਤੇਰੀ ਥਾਂ ਕੋਈ ਹੋਰ ਆ ਜਾਏਗਾ, ਫਿਰ ਉਹ ਵੀ ਕਹੇਗਾ ਵੀ ਮੈਂ ਕਰਾ ਸਕਦਾ, ਕੋਈ ਗੱਲ ਨਹੀਂ। ਤੇ ਬਾਪੂ ਜੀ ਕਹਿੰਦੇ ਹੁੰਦੇ ਤਾਣ ਨੇ ਤਾਣੀਆਂ ਰਹੇ ਨਿਮਾਨੜੀਆਂ, ਨਾਨਕ ਜਨਮ ਸਕਾਰ ਥਾ। ਜਨਮ ਸਫਲ ਹੋ ਜਾਂਦਾ ਹੈ ਜੇ ਤਿੰਨ ਕੇ ਸੰਗ ਮਿਲਾਂ। ਕਿਤੇ ਇਹ ਰੱਬੀ ਪਿਆਰਿਆਂ ਦਾ ਸੰਗ ਕਿਤੇ ਮਿਲ ਜਾਵੇ, ਜਿਨ੍ਹਾਂ ਨੂੰ ਰੱਬੀ ਪਿਆਰਿਆਂ ਦਾ ਸੰਗ ਮਿਲ ਗਿਆ, ਕਹਿੰਦੇ ਜਨਮ ਸਫਲ ਹੋ ਜਾਂਦਾ ਹੈ। ਪੌੜੀ ਤੂੰ ਆਪੇ ਜਲ ਮੀਨਾ ਹੈ, ਆਪੇ ਆਪੇ ਹੀ ਆਪ ਜਾਲ। ਤੂੰ ਆਪੇ ਜਾਲ ਬਤਾਏਦਾ, ਆਪੇ ਵਿੱਚ ਸਿਬਾਲ। ਤੂੰ ਆਪੇ ਜਲ ਹੈ ਕਿਤੇ ਹੋਰ ਸੱਤਾ ਕਿਸੇ ਦੀ। ਰੱਬ ਜੀ ਪਾਣੀ ਵੀ ਤੁਸੀਂ ਆਪ, ਮੀਨਾ ਹੈ ਆਪੇ, ਪਾਣੀ ਵਿਚਲੀ ਮੱਛੀ ਵੀ ਆਪ, ਆਪੇ ਹੀ ਆਪ ਜਾਲ, ਫਿਰ ਜਾਲ ਵੀ ਤੁਸੀਂ ਆਪ। ਸੱਤਾ ਤੇ ਤੇਰੀ ਹੋਈ ਹੈ ਨਾ, ਤੇਰੇ ਤੋਂ ਬਿਨਾਂ ਹੈ ਹੀ ਕੋਈ ਨਹੀਂ। ਜਾਲ ਵੀ ਤੂੰ ਆਪ, ਪਾਣੀ ਵੀ ਤੂੰ ਆਪ, ਮੱਛੀ ਵੀ ਤੂੰ ਆਪ, ਫੜਨ ਵਾਲਾ ਵੀ ਆਪ, ਜਿਹਨੂੰ ਫੜਿਆ ਜਾ ਰਿਹਾ ਉਹ ਵੀ ਆਪ, ਮਾਰਨ ਵਾਲਾ ਵੀ ਆਪ, ਜਿਹਨੂੰ ਮਾਰਿਆ ਜਾ ਰਿਹਾ ਉਹ ਵੀ ਆਪ। ਤੇਰੇ ਤੋਂ ਬਿਨਾਂ ਹੈ ਕੌਣ? ਫਿਰ ਤੂੰ ਆਪੇ ਜਾਲ ਵਤਾਏਂਦਾ, ਜਾਲ ਵਿਛਾਉਣ ਵਾਲਾ ਵੀ ਤੂੰ ਆਪ, ਆਪੇ ਵਿੱਚ ਸੇਬਾਲ। ਤੇ ਉਸ ਜਲ ਦੇ ਅੰਦਰ ਜਿਹੜਾ ਸੇਬਾਲ ਹੈ, ਸੇਬਾਲ ਮਤਲਬ ਜਾਲਾ, ਉਹਦੀ ਉਹ ਹੁਣ ਕਿਹਦੀ ਤਾਕਤ ਹੈ? ਰੱਬ ਜੀ ਉਹ ਵੀ ਤੇ ਸੱਤਾ ਤੇਰੀ ਹੋਈ ਹੈ ਨਾ। ਇੱਥੇ ਹੁਣ ਜਿਹੜਾ ਲਫ਼ਜ਼ ਤੂੰ ਆਪੇ ਜਾਲ ਵਤਾਏਂਦਾ, ਜਾਲ ਲਫ਼ਜ਼ ਵਰਤਿਆ ਇੱਥੇ ਮੋਹ ਵਾਸਤੇ। ਰੱਬ ਜੀ ਤੁਸੀਂ ਮੋਹ ਰੂਪੀ ਜਾਲ ਵਿਛਾਇਆ ਵੀ ਆਪੇ ਹੀ ਹੋਇਆ ਹੈ, ਤੇ ਜੀਵ ਨੂੰ ਮੋਹ ਰੂਪੀ ਜਾਲ 'ਚ ਫਸਾਇਆ ਵੀ ਆਪੇ ਹੀ ਹੋਇਆ, ਫਸਿਆ ਹੋਇਆ ਜੀਵ। ਤੇ ਜੇ ਕਿਤੇ ਮਾੜਾ ਮੋਟਾ ਜੀਵ ਨਿਕਲਣ ਦੀ ਕੋਸ਼ਿਸ਼ ਕਰੇ, ਉਧਰੋਂ ਹੀ ਸੇਬਾਲ ਆ ਜਾਂਦਾ ਹੈ, ਮਾਇਆ ਆ ਕੇ ਜਕੜ ਲੈਂਦੀ, ਜਾਲਾ ਆ ਕੇ ਫੇਰ ਜਕੜ ਲੈ, ਫੇਰ ਉਸੇ ਜਾਲ 'ਚ ਜੀਵ ਪੈ ਜਾਂਦਾ। ਬੜਾ ਕਠਿਨ ਹੈ ਇਹਦੇ ਤੋਂ ਨਿਕਲ ਪਾਉਣਾ, ਪਰ ਜਿਹੜਾ ਨਿਕਲ ਜਾਂਦਾ ਹੈ ਉਹਦਾ ਰਖਵਾਲਾ ਵੀ ਆਪ ਬਣ ਜਾਂਦਾ। ਇੱਕ ਵਾਰੀ ਜਿਵੇਂ ਅਕਸਰ ਆਪ ਜੀ ਨਾਲ ਵਿਚਾਰ ਸਾਂਝੀ ਕਰੀਦੀ ਹੈ, ਮਾਇਆ ਰੱਬ ਜੀ ਨੇ ਹੀ ਪਾਈ ਹੈ, ਭੁਲਾਇਆ ਵੀ ਉਸੇ ਨਹੀਂ ਹੋਇਆ, ਪਰ ਸਾਨੂੰ ਖੁਦ ਇੱਕ ਕੁਰਲਾ ਕੇ ਆਖਣਾ ਪਏਗਾ ਵੀ ਮੇਰੀ ਇਹ ਮਾਏ, ਮੇਰੇ ਬਾਪੂ ਜੀ, ਮੈਂ ਖਿਡੌਣਿਆਂ ਨਾਲ ਖੇਡਣਾ ਨਹੀਂ, ਮੈਂ ਤੁਹਾਡੀ ਗੋਦ 'ਚ ਬਹਿਣਾ ਹੈ, ਮੈਨੂੰ ਖਿਡੌਣਿਆਂ ਦੀ ਜ਼ਰੂਰਤ ਨਹੀਂ, ਮੈਂ ਤੇ ਕੁਰਲਾ ਕੇ ਤੁਹਾਡੀ ਗੋਦ ਲੈਣੀ ਹੈ। ਰੋਵਾਂਗੇ ਤੇ ਗੋਦ ਮਿਲੇਗੀ, ਨਹੀਂ ਤੇ ਲੱਗੇ ਰਹੀਏ ਖਿਡੌਣਿਆਂ ਨਾਲ। ਸਾਰੇ ਆਪਾਂ ਪਰਿਵਾਰਾਂ ਵਾਲੇ ਨਿੱਕੇ ਨਿੱਕੇ ਬੱਚੇ ਕੀ ਕਰਦੇ? ਇਹੀ ਕੁਝ ਕਰਦੇ ਨੇ। ਮਾਂ ਨੇ ਗੋਦ ਵਿੱਚ ਬਿਠਾਉਣ ਤੋਂ ਪਹਿਲਾਂ ਉਹਦੇ ਅੱਗੇ ਖਿਡੌਣੇ ਸੁੱਟੇ ਨੇ ਵੀ ਲੈ ਪੁੱਤ ਖੇਡ, ਤੂੰ ਖੇਡ, ਮੈਂ ਕੰਮ ਕਰ ਲਾਂ। ਤੇ ਉਹ ਜੇ ਕੰਮ ਨਾ ਕਰ, ਉਹ ਕੰਮ ਕਰਨ ਲੱਗ ਜਾਏ, ਬੱਚਾ ਖੇਡਣ ਲੱਗ ਜਾਏ, ਉਹ ਕੰਮ ਕਰੀ ਜਾਂਦੀ ਹੈ, ਕਰੀ ਜਾਂਦੀ। ਤੇ ਬੱਚਾ ਲੱਗ ਜੇ ਰੋਣ, ਮੁੜ ਕੇ ਕੰਮ ਵੇਖਿਆ, ਵਿਹਾਰ ਵੇਖਿਆ, ਜਿੱਥੇ ਸੀ ਉੱਥੇ, ਜੇ ਝਾੜੂ ਲਾਉਂਦੀ ਸੀ ਨਾ ਮਾਂ, ਉਹਨੇ ਉੱਥੇ ਹੀ ਛੱਡ ਕੇ ਆ ਜਾਣਾ ਵੀ। ਫਿਰ ਉਹਨੇ ਇਹ ਵੀ ਨਹੀਂ ਵੇਖਣਾ ਵੀ ਕਿਤੇ ਹਵਾ ਚੱਲਦੀ ਹੈ, ਹਨੇਰੀ ਚੱਲਦੀ, ਕੂੜਾ ਫਿਰ ਅੰਦਰ ਆ ਜਾਣਾ ਵੀ ਮੈਂ ਇਹਨੂੰ ਇੱਕ ਪਾਸੇ ਲਾ ਦਿਆਂ, ਉੱਥੇ ਹੀ ਛੱਡ ਕੇ ਆ ਜਾਂਦੀ ਵੀ ਮੇਰਾ ਪੁੱਤ ਇੰਨਾ ਰੋ ਰਿਹਾ, ਮੈਂ ਜਾ ਕੇ ਚੁੱਪ ਕਰਾਵਾਂ। ਫਿਰ ਉਹ ਕੀ ਕਰਦੀ ਹੈ, ਉਹਨੂੰ ਦੁੱਧ ਪਿਆ ਕੇ ਸਵਾ ਦਿੰਦੀ ਹੈ। ਤੇ ਅਸੀਂ ਮਾਇਆ ਦੇ ਕੋਲੋਂ ਦੁੱਧ ਪੀ ਕੇ ਅਸੀਂ ਵੀ ਸੌਂ ਜਾਂਦੇ ਗਾਫਲਤਾ ਦੀ ਨੀਂਦ 'ਚ। ਹੁਣ ਜਿੰਨਾ ਚਿਰ ਉਹ ਸੁੱਤਾ ਹੈ, ਮਾਂ ਦੀ ਕੋਸ਼ਿਸ਼ ਹੈ ਵੀ ਸਾਰਾ ਨਿਬੇੜ ਲਾਂ। ਜੇ ਉਹ ਫੇਰ ਉੱਠ ਕੇ ਰੋਣ ਲੱਗ ਜੇ, ਮਾਂ ਫੇਰ ਛੱਡ ਆਉਂਦੀ। ਬਸ ਸਾਡੀ ਹਾਲਤ ਜਿਹੜੀ ਨਾ ਉਸ ਬੱਚੇ ਵਰਗੀ ਹੈ, ਪਰ ਉਹ ਬੱਚਾ ਰੋ ਕੇ ਆਪਣੀ ਮਾਂ ਨੂੰ ਆਵਾਜ਼ ਮਾਰ ਲੈਂਦਾ ਹੈ, ਅਸੀਂ ਉਹਨਾਂ ਖਿਡੌਣਿਆਂ ਵਿੱਚ ਤੇ ਗਾਫਲਤਾ ਦੀ ਨੀਂਦ 'ਚ ਮਸਤ ਹਾਂ। ਬਸ ਆਹੀ ਫਰਕ ਹੈ। ਸਾਹਿਬ ਕਹਿੰਦੇ ਆਪੇ ਜਾਲ ਵਤਾਏਂਦਾ, ਆਪੇ ਵਿੱਚ ਸੇਬਾਲ। ਤੂੰ ਆਪੇ ਕਮਲ ਅਲਿਪਤ ਹੈ, ਸਹਿ ਹੱਥਾਂ ਵਿੱਚ ਗੁਲਾਲ। ਤੂੰ ਆਪੇ ਮੁਕਤ ਕਰਾਏਦਾ, ਇੱਕ ਨਿਮਖ ਘੜੀ ਕਰ ਖਿਆਲ। ਰੱਬ ਜੀਓ, ਤੁਸੀਂ ਆਪ ਹੀ ਕਮਲ ਵਾਂਗ ਅਲਿਪਤ ਹੋ, ਜਿਹਦੇ ਉੱਤੇ ਕੋਈ ਦਾਗ ਨਹੀਂ ਹੈ,
ਔਰ ਆਪ ਹੀ ਤੁਸੀਂ ਗੁਲਾਲ ਰੂਪ ਹੋ, ਜਿਹੜਾ ਸਦੀਵ ਗੁਲਾਲ ਰੂਪ ਹੀ ਰਹਿੰਦਾ ਹੈ। ਤੂੰ ਆਪੇ ਮੁਕਤ ਕਰਾਏਂਦਾ ਔਰ ਜੀਵਾਂ ਨੂੰ ਮੁਕਤੀ ਵੀ ਆਪੇ ਦੇਣ ਵਾਲੇ ਹੋ। ਇੱਕ ਨਿਮਖ ਘੜੀ ਕਰ ਖਿਆਲ, ਜੇ ਕਿਤੇ ਅੱਖ ਝਮਕਣ ਜਿੰਨੇ ਸਮੇਂ ਵਾਸਤੇ ਵੀ ਜੀਵ ਤੁਹਾਨੂੰ ਆਪਣੇ ਖਿਆਲਾਤਾਂ ਵਿੱਚ ਲੈ ਆਏ ਤੇ ਤੁਸੀਂ ਮੁਕਤੀ ਦੇ ਦਿੰਦੇ ਹੋ। ਹਰ ਤੁਧੋ ਬਾਹਰ ਕਿਛ ਨਹੀਂ, ਗੁਰ ਸ਼ਬਦੀ ਵੇਖ ਨਿਹਾਲ। ਅਖੀਰੀ ਪੰਕਤੀ ਵਿੱਚ ਪੌੜੀ ਦੇ ਆ ਕੇ ਫਿਰ ਗੁਰੂ ਰਾਮਦਾਸ ਸਾਹਿਬ ਕਹਿੰਦੇ, ਹੇ ਅਕਾਲ ਪੁਰਖ ਜੀਓ, ਗੁਰੂ ਕੇ ਗਿਆਨ ਸਦਕਾ ਇਹ ਵੇਖਿਆ ਹੈ, ਇਹ ਸਮਝ ਲੱਗੀ ਹੈ। ਔਰ ਇਸ ਜਦੋਂ ਸਮਝ ਲੱਗੀ, ਪ੍ਰਸੰਨਤਾ ਹੋਈ, ਤੇ ਪ੍ਰਸੰਨਤਾ ਕਿਸ ਗੱਲ ਦੀ ਹੈ ਕਿ ਹਰ ਤੁਧੋਂ ਬਾਹਰ ਕਿਛ ਨਹੀਂ। ਰੱਬ ਜੀਓ, ਤੁਹਾਡੇ ਤੋਂ ਬਿਨਾ ਕੁਝ ਵੀ ਸਮਾਜ ਉੱਤੇ ਨਹੀਂ ਹੈ, ਤੁਹਾਡੇ ਹੁਕਮ ਤੋਂ ਬਾਹਰ ਨਹੀਂ ਹੈ, ਤੁਹਾਡੇ ਤੋਂ ਬਿਨਾ ਕੁਝ ਨਹੀਂ ਹੈ। ਹਰ ਪਾਸੇ ਤੁਹਾਡੀ ਸੱਤਾ, ਤੁਹਾਡੀ ਤਾਕਤ ਹੀ ਕੰਮ ਕਰ ਰਹੀ ਹੈ। ਗੁਰੂ ਕੇ ਸ਼ਬਦ ਰਾਹੀਂ ਇਸ ਗੱਲ ਦੀ ਸਮਝ ਲੱਗੀ ਤੇ ਬੜੀ ਪ੍ਰਸੰਨਤਾ ਹੋਈ ਹੈ ਕਿ ਜੀਵ ਤੇ ਇਕੱਲੇ ਹੱਥ ਪੈਰ ਹੀ ਮਾਰੀ ਜਾਂਦਾ ਹੈ। ਕਰਨ ਤੇ ਕਰਾਉਣ ਵਾਲੇ ਪਰਮੇਸ਼ਵਰ ਜੀਓ ਸਿਰਫ ਤੁਸੀਂ ਹੋ, ਤੁਹਾਡੇ ਤੋਂ ਬਿਨਾ ਕੋਈ ਵੀ ਦੂਜਾ ਨਹੀਂ ਹੈ। ਇਸ ਤਰੀਕੇ ਅੱਜ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ। ਮਾਲਕ ਜੀ ਕਿਰਪਾ ਕਰਨ, ਕਿਤੇ ਜੋ ਜ਼ੁਬਾਨ ਉੱਪਰ ਹੈ ਉਹ ਜੀਵਨ ਵਿੱਚ ਆ ਜਾਏ ਤੇ ਉਹਨੂੰ ਕਮਾਉਂਦਿਆਂ ਹੋਇਆਂ ਅਸੀਂ ਆਪਣੇ ਜੀਵਨ ਸਫਲ ਕਰਕੇ ਜਾਈਏ। ਸੱਚਮੁੱਚ ਅਕਾਲ ਪੁਰਖ ਪਰਮੇਸ਼ਵਰ ਨਾਲ ਪ੍ਰੀਤ ਔਰ ਪਿਆਰ ਸਾਡਾ ਬਣ ਜਾਏ ਤੇ ਸਮਝ ਸਕੀਏ ਕਿ ਸੱਤਾ ਉਸੇ ਦੀ ਹੈ, ਉਹਦੇ ਤੋਂ ਬਿਨਾ ਕੋਈ ਦੂਜਾ ਨਹੀਂ। ਇਸ ਲਈ ਖੌਫ ਵੀ ਦੂਜੇ ਦਾ ਨਹੀਂ, ਖੌਫ ਵੀ ਸਿਰਫ ਅਕਾਲ ਪੁਰਖ ਜੀ ਕਾ। ਸੱਤਾ ਇਹਦੀ ਹੈ ਤੇ ਖੌਫ ਵੀ ਇਸੇ ਦਾ। ਨਾ ਕਿਸੇ ਦੀ ਤਾਕਤ ਹੈ ਤੇ ਨਾ ਕਿਸੇ ਦਾ ਖੌਫ ਹੈ। ਸਾਹਿਬ ਰਹਿਮਤ ਕਰਨ, ਹਿਰਦਿਆਂ ਕਰਕੇ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਨ, ਆਪਣਾ ਸਹਾਰਾ ਤੇ ਆਸਰਾ ਦੇਣ। ਔਰ ਮਾਲਕ ਅੱਗੇ ਅਸੀਂ ਅਰਜ਼ੋਈ ਕਰਦੇ ਰਿਹਾ ਕਰੀਏ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ।
ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਤੂੰ ਆਪੇ ਮੁਕਤ ਕਰਾਏਦਾ, ਇੱਕ ਨਿਮਖ ਕੜੀ ਕਰ ਖਿਆਲ। ਹਰ ਤੁਧੋ ਬਾਹਰ ਕਿਛ ਨਹੀਂ, ਗੁਰ ਸ਼ਬਦੀ ਵੇਖ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 10